ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਮੌਜੂਦ ਨੇ। ਸਵਾਗਤ ਹੈ ਤੁਹਾਡਾ ਸੇਖੋਂ ਸਾਹਿਬ। ਧੰਨਵਾਦ ਸੁਖਵਿੰਦਰ ਜੀ, ਬਹੁਤ ਬਹੁਤ ਤੁਹਾਡਾ, ਮਿਹਰਬਾਨੀ। ਸੇਖੋਂ ਸਾਹਿਬ, ਪੰਜਾਬ ਦੇ ਬਦਲਦੇ ਹਾਲਾਤਾਂ ਨੂੰ ਤੁਸੀਂ ਵੀ ਬੜੀ ਨੇੜਿਓਂ ਤੱਕ ਰਹੇ ਹੋਣੇ। ਤੁਹਾਡੇ ਬਿਆਨ ਅਕਸਰ ਚਲੋ ਮੀਡੀਆ ਵਿੱਚ ਚੱਲਦੇ ਰਹਿੰਦੇ ਨੇ, ਪਰ ਜਿਸ ਤਰ੍ਹਾਂ ਦਾ ਹੁਣ ਰੁਝਾਨ ਚੱਲ ਰਿਹਾ ਹੈ ਕਿ ਸਿੱਖ ਬਨਾਮ ਈਸਾਈ ਭਾਈਚਾਰਾ, ਇਹਦੇ ਵਿਚਾਲੇ ਸੁਰੱਖਿਆ ਏਜੰਸੀਆਂ ਜਿਹੜੀਆਂ ਉਹਨਾਂ ਦੀ ਭੂਮਿਕਾ, ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਸੁਖਵਿੰਦਰ ਜੀ, ਵਿਸ਼ਾ ਨਹੀਂ ਹੈ ਮੇਰਾ, ਪਰ ਕਿਉਂਕਿ ਵਿਸ਼ਾ ਇਸ ਕਰਕੇ ਬਣ ਜਾਂਦਾ ਹੈ ਕਿ ਜਦੋਂ ਚੀਜ਼ਾਂ ਸਾਹਮਣੇ ਅੱਗ ਬਲਦੀ ਹੋਵੇ ਤੇ ਫਿਰ ਉਹਦੇ ਤੋਂ ਅੱਖਾਂ ਬੰਦ ਕਰਨੀਆਂ ਜਿਹੜੀਆਂ ਹੈਗੀਆਂ ਉਹ ਵੀ ਕਈ ਵਾਰੀ ਔਖੀਆਂ ਹੋ ਜਾਂਦੀਆਂ। ਬਹੁਤ ਕੁਝ ਹੋਰ ਲੋਕ ਜਿਹੜੇ ਹੈਗੇ ਆ ਇਸ ਵਿਸ਼ੇ ਨੂੰ ਬੜੇ ਨੇੜੇ ਨਾਲ ਗੰਭੀਰਤਾ ਨਾਲ ਵਿਚਾਰ ਰਹੇ ਆ ਤੇ ਜਨਰਲੀ ਜੇ ਆਪਾਂ ਵੇਖੀਏ ਤਾਂ ਇਹ ਚੀਜ਼ਾਂ ਸਾਰੀਆਂ ਦਿਖਾਈ ਦੇ ਰਹੀਆਂ। ਹੁਣ ਤੱਕ ਪੰਜਾਬ ਦੇ ਵਿੱਚ ਜਿਹੜਾ ਕ੍ਰਿਸਚਨੈਲਿਟੀ ਨਾਲ ਕੋਈ ਇਸ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਅਜੇ ਤੱਕ ਸਾਹਮਣੇ ਨਹੀਂ ਆਈ ਸੀਗੀ। ਤਾਂ ਮੈਂ ਆਪਣੀ ਬੁੱਧੀ ਮੁਤਾਬਕ ਕਹਿੰਦਾ ਹੁੰਦਾ ਕਿ ਹਿੰਦੂ ਸਿੱਖ ਵਾਲਾ ਪਾੜਾ ਤਾਂ ਇਹਨਾਂ ਤੋਂ ਜਿਹੜਾ ਹੈਗਾ ਇਹ ਸੂਤ ਆਈ ਨਹੀਂ ਕਹਾਣੀ। ਬਹੁਤ ਦੇਰ ਤੋਂ ਸਾਜ਼ਿਸ਼ਾਂ ਚੱਲਦੀਆਂ, ਅਸੀਂ ਲੋਕ ਜਿਹੜੇ ਅਵੇਅਰ ਇਹਨਾਂ ਚੀਜ਼ਾਂ ਤੋਂ। ਨੁਕਸਾਨ ਭਾਵੇਂ ਸਟੇਟ ਦੇ ਸਾਡੇ ਬਹੁਤ ਹੋ ਗਏ ਆ, ਪਰ ਇਹ ਜਿਹੜਾ ਪਾੜਾ ਜਿਹੜਾ ਸਾਡੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਉਹ ਪਾਇਆ ਨਹੀਂ ਜਾ ਸਕਿਆ। ਤਾਂ ਇੱਕ ਨਵਾਂ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜਾ ਇਹ ਕ੍ਰਿਸਚੀਅਨਿਟੀ ਵਾਲਾ, ਜਿਹਦੀ ਕੋਈ ਪ੍ਰੋਬਲਮ ਹੈ ਹੀ ਨਹੀਂ ਪੰਜਾਬ ਦੇ ਵਿੱਚ, ਕਿਤੇ ਵੀ ਨਹੀਂ ਹੈਗੀ। ਤੇ ਇਹਨੂੰ ਵੱਡੀ ਬਣਾ ਕੇ, ਇਹਨੂੰ ਹਾਈਪ ਦੇ ਕੇ ਸਾਰੀਆਂ ਹੀ ਜਿਹੜੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਸੂਟ ਕਰਦੇ ਲੋਕ। ਅੱਗੇ ਤਾਂ ਆਪਾਂ ਦੇਖਦੇ ਹਾਂ ਬਹੁਤ ਦੇਰ ਤੋਂ ਇੱਕ ਵੱਖਰੇ ਤਰੀਕੇ ਦਾ ਜਿਹੜਾ ਮਤਲਬ ਧਾਰਮਿਕ ਰੰਗਤ ਜਿਹੜੀ ਬਹੁਤ ਸਮੇਂ ਤੋਂ ਦਿੱਤੀ ਜਾ ਰਹੀ ਹੈ ਪੰਜਾਬ ਦੇ ਵਿੱਚ, ਤੇ ਉਹਦੇ ਜਿਹੜੇ ਰਿਜ਼ਲਟ ਆ ਪੁਰਾਣੇ ਸਮੇਂ ਤੋਂ 84 ਤੋਂ ਲੈ ਕੇ ਵੇਖ ਲਈਏ ਤਾਂ ਪੰਜਾਬ ਦੇ ਕਿੱਡੇ ਵੱਡੇ ਨੁਕਸਾਨਾਂ ਦੇ ਰੂਪ ਵਿੱਚ ਹੋਏ ਹੈ। ਤੇ ਪਰ ਹੁਣ ਉਹ ਚੀਜ਼ਾਂ ਦੀ ਜਿਹੜੀ ਹੈਗੀ ਹੈ ਦੁਬਾਰਾ ਇੱਕ ਨਵੇਂ ਰੂਪ ਦੇ ਵਿੱਚ, ਕਹਿੰਦੇ ਹੁੰਦੇ ਆ ਉਹ ਪੁਰਾਣੀ ਸ਼ਰਾਬ ਨਵੀਂ ਬੋਤਲ ਦੇ ਵਿੱਚ ਕੱਢ ਕੇ ਜਿਹੜੀ ਦਿੱਤੀ ਜਾ ਰਹੀ ਹੈ, ਉਸ ਤਰੀਕੇ ਦਾ ਸਿਸਟਮ ਜਿਹੜਾ ਇਹ ਬਣਦਾ ਦਿਖਾਈ ਦੇ ਰਿਹਾ ਹੈ। ਉਹ ਦੇਖਣਾ ਬਣਦਾ ਕਿ ਮਤਲਬ ਇਹਨਾਂ ਚੀਜ਼ਾਂ ਨੂੰ ਜਾਗ ਕੇ ਜੇ ਆਪਾਂ ਦੇਖ ਲਵਾਂਗੇ ਤਾਂ ਆਉਣ ਵਾਲਾ ਸਮਾਂ ਜਿਹੜਾ ਹੈਗਾ ਪੰਜਾਬ ਦੇ ਜਿਹੜੇ ਹਿੱਤ ਵਿੱਚ ਹੋਊਗਾ। ਬਿਲਕੁਲ ਕ੍ਰਿਸਟਲ ਕਲੀਅਰ ਚੀਜ਼ਾਂ ਜਿਹੜੀਆਂ ਹੈਗੀਆਂ, ਬਿਨਾਂ ਕਿਸੇ ਉਹ ਲਾਗ ਲਪੇਟ ਦੇ ਜੇ ਧਿਆਨ ਨਾਲ ਵੇਖਿਆ ਜਾਵੇ ਤਾਂ ਹਰ ਇੱਕ ਬੁੱਧੀ ਰੱਖਣ ਵਾਲਾ ਆਦਮੀ ਜਿਹੜਾ ਹੈਗਾ ਉਹ ਇਹਦੇ ਬਾਰੇ ਚਾਨਣਾ ਪਾ ਸਕਦਾ। ਦੋ ਸ਼ਖਸੀਅਤਾਂ ਦਾ ਨਾਮ ਮੈਂ ਲਊਂਗਾ ਜਿਹੜੀਆਂ ਬਿਲਕੁਲ ਖੁੱਲ੍ਹ ਕੇ ਇਸ ਵਿਸ਼ੇ ਤੇ ਗੱਲ ਕਰ ਰਹੀਆਂ। ਉਹਨਾਂ ਵਿੱਚ ਇੱਕ ਰਣਜੀਤ ਸਿੰਘ ਕੁੱਕੀ ਨੇ, ਕੁੱਕੀ ਗਿੱਲ ਸਾਹਿਬ। ਉਹ ਕਿਉਂਕਿ ਖੁਦ ਭੁਗਤ ਭੋਗੀ ਰਹੇ ਹੈ ਇਹਨਾਂ ਸਿਸਟਮ ਦੇ ਵਿੱਚ, ਉਹਨਾਂ ਦਾ ਅੰਗ ਰਹੇ, ਉਹਨਾਂ ਨੂੰ ਬਹੁਤ ਵੱਡੀ ਜਾਣਕਾਰੀ ਹੈ। ਇਹਨਾਂ ਦੇ ਵਿੱਚੋਂ 18-20 ਸਾਲ ਜੇਲ੍ਹ ਦੇ ਵਿੱਚ ਆਪਣੇ ਲਾਈਫ ਦੇ ਬਰਬਾਦ ਕਰਕੇ ਅੱਜ ਬਾਹਰ ਆ ਕੇ ਉਹ ਇੱਕ ਚੰਗਾ ਕੋਸ਼ਿਸ਼ ਕਰ ਰਹੇ ਇਸ ਵਿਸ਼ੇ ਤੇ ਚਾਨਣਾ ਪਾਉਣ ਦੀ। ਤੇ ਦੂਜਾ ਨਾਮ ਮੈਂ ਬਹੁਤਾ ਨਹੀਂ ਜਾਣਦਾ, ਪਰ ਮੈਂ ਕੁਛ ਦਿਨਾਂ ਤੋਂ ਵਾਚ ਕਰ ਰਿਹਾ, ਮਾਲਵਿੰਦਰ ਸਿੰਘ ਮਾਲੀ ਨੇ। ਉਹ ਵੀ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ, ਬੜੇ ਤਿੱਖੇ ਜਿਹੜੇ ਹੈਗੇ ਆ ਢੰਗ ਦੇ ਨਾਲ ਇਸ ਜਿਹੜਾ ਸੱਚ ਨੂੰ ਜਿਹੜਾ ਕਹਿਣ ਦੀ ਹਿੰਮਤ ਕਰ ਰਹੇ ਆ, ਕਿਉਂਕਿ ਦਿਖਾਈ ਸਭ ਨੂੰ ਦਿੰਦਾ ਪਰ ਬੋਲਣ ਲੱਗਿਆ ਜਿਹੜੀ ਹੈਗੀ ਆ ਹਰੇਕ ਦੀਆਂ ਲੱਤਾਂ ਕੰਬਦੀਆਂ। ਤੋ ਸੋ ਮੇਰੀ ਵਿਸ਼ਾ ਨਾ ਹੋਣ ਕਰਕੇ ਤਾਂ ਮੈਂ ਕਹਿ ਸਕਦਾ ਕਿ ਮੇਰੀ ਤੇ ਉਨੀ ਡੂੰਘੀ ਪਕੜ ਨਹੀਂ ਹੈ, ਪਰ ਜੋ ਦਿਖਾਈ ਦੇ ਰਿਹਾ ਆਮ ਤੌਰ ਤੇ ਉਹ ਸਭ ਦੇ ਸਾਹਮਣੇ ਹੈ ਕਿ ਪੰਜਾਬ ਨੂੰ ਇੱਕ ਵਾਰੀ ਫਿਰ ਤੋਂ ਇੱਕ ਅੱਗ ਵਿੱਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਾਰ ਦਿਖਾਈ ਦੇ ਰਹੀਆਂ ਏਜੰਸੀਆਂ ਜਿਹੜੀਆਂ ਮਤਲਬ ਜਾਂ ਤਾਕਤਾਂ, ਉਹਦੇ ਵਿੱਚ ਕ੍ਰਿਸਚੀਅਨਿਟੀ ਨੂੰ ਵੀ ਸ਼ਾਮਿਲ ਕਰ ਲਿਆ ਗਿਆ। ਇਹਦੇ ਵਿੱਚ ਹਿੰਦੂ ਸ਼ਿਵ ਸੈਨਾ ਵਗੈਰਾ ਦਾ ਤਾਂ ਰੋਲ ਪਹਿਲਾਂ ਵੀ ਆਪਾਂ ਦੇਖਦੇ ਹੀ ਹਾਂ। ਕੁਝ ਸ਼ਰਾਰਤੀ ਬੰਦੇ ਇਹਨਾਂ ਨੇ ਪਹਿਲਾਂ ਹੀ ਪੈਦਾ ਕੀਤੇ ਹੋਏ ਪੰਜਾਬ ਦੇ ਵਿੱਚ, ਤੇ ਜਿਹੜਾ ਸਿੱਖ ਧਾਰਮਿਕ ਜਥੇਬੰਦੀਆਂ ਦਾ ਰੋਲ ਹੈ ਸਟਾਰਟਿੰਗ ਤੋਂ ਰਿਹਾ, ਉਹ ਵੀ ਕਿਸੇ ਤੋਂ ਗੁੱਝਾ ਨਹੀਂ ਹੈ। ਹਾਂਜੀ, ਤੁਸੀਂ ਕੁਝ ਪੁੱਛਣ ਲੱਗੇ ਸੀ। ਮੈਂ ਦੇਖੋ ਸਾਹਿਬ ਇੱਥੇ ਇਹ ਗੱਲ ਜੋੜਨ ਲੱਗਿਆ ਸੀ ਕਿ ਇਹ ਵਿਸ਼ਾ ਤੁਹਾਡਾ ਨਹੀਂ, ਪਰ ਸਾਨੂੰ ਲੱਗਦਾ ਹੈ ਕਿ ਕਿਉਂਕਿ ਤੁਸੀਂ ਪੰਜਾਬ ਪੁਲਿਸ ਦਾ ਹਿੱਸਾ ਰਹੇ ਹੋ, ਤੇ ਪੰਜਾਬ ਪੁਲਿਸ ਤੇ ਸਿੱਖ ਖਾੜਕੂਵਾਦ ਦੇ ਸਮੇਂ ਦੇ ਦੌਰਾਨ ਜਿਹੜਾ ਕੁਝ ਵਾਪਰਿਆ ਉਹ ਅੱਜ ਵੀ ਲੋਕਾਂ ਦੇ ਮਨਾਂ 'ਚ ਆ ਜਾਂਦਾ ਹੈ ਕਿ ਜਿਵੇਂ ਹੁਣ ਵੀ ਚਰਚਾ ਚੱਲ ਰਹੀ ਹੈ ਕਿ ਜੇ ਫਿਰ 84 ਵਰਗਾ ਮਾਹੌਲ ਪੰਜਾਬ ਦੇ ਵਿੱਚ ਸਿਰਜਿਆ ਗਿਆ ਤਾਂ ਪੰਜਾਬ ਪੁਲਿਸ ਵੀ ਇਸ ਨੂੰ ਭੁੱਲੀ ਨਹੀਂ। ਉਹ ਵੀ ਪੰਜਾਬ ਪੁਲਿਸ ਉਸੇ ਢੰਗ ਦੇ ਨਾਲ ਉਹਨੂੰ ਹੈਂਡਲ ਕਰਨ ਦੇ ਲਈ ਤਿਆਰ ਹੈ। ਇਸ ਕਰਕੇ ਮੈਂ ਤੁਹਾਨੂੰ ਇਸ ਵਿਸ਼ੇ ਤੇ ਚੁਣਿਆ ਸੀ ਕਿ ਤੁਹਾਡਾ ਕੀ ਮੰਨਣਾ ਹੈ ਇਸ ਬਾਰੇ, ਕਿ ਕੀ ਪੰਜਾਬ ਪੁਲਿਸ ਦੀ ਮੈਂਟੈਲਿਟੀ ਨੂੰ ਲੈ ਕੇ ਜਦੋਂ ਸਵਾਲ ਖੜੇ ਹੋ ਜਾਂਦੇ ਨੇ ਕਿ ਉਹ ਇਸ ਨੂੰ ਦੱਬਣ ਦੇ ਲਈ, ਉਹਨੂੰ ਕੁਚਲਣ ਦੇ ਲਈ ਕੋਈ ਵੀ ਹਰਬਾ ਵਰਤਦੇ ਨੇ, ਜਾਂ ਇਹ ਵੀ ਕਹਿ ਦਿੱਤਾ ਜਾਂਦਾ ਕਿ ਏਜੰਸੀਆਂ ਹੀ ਪੈਦਾ ਕਰਦੀਆਂ ਨੇ, ਏਜੰਸੀਆਂ ਹੀ ਉਹਨੂੰ ਖਤਮ ਕਰ ਦਿੰਦੀਆਂ ਨੇ। ਪੁਲਿਸ ਦੇਖੋ, ਪੁਲਿਸ ਨਾਮ ਦੀ ਸੰਸਥਾ ਜਿਹੜੀ ਡੈਡ ਹੋਈ ਨੂੰ ਕਾਫੀ ਦੇਰ ਹੋ ਚੁੱਕੀ ਹੈ ਇਸ ਸਟੇਟ ਦੇ ਵਿੱਚ। ਵਰਦੀਆਂ ਦੇ ਵਿੱਚ ਜਿਹੜੇ ਸੀਨੀਅਰ ਅਫਸਰ ਜਿਹੜੇ ਮੈਂ ਕਹਿੰਦਾ ਹੁੰਦਾ ਇੱਕ ਲਾਸ਼ਾਂ ਦੇ ਰੂਪ ਵਿੱਚ ਕੰਮ ਕਰਦੇ, ਤੇ ਮੁਰਦਿਆਂ ਤੋਂ ਜੋ ਮਰਜ਼ੀ ਕਰਾਇਆ ਜਾ ਸਕਦਾ ਹੁੰਦਾ। ਆਪਣੀ ਤੇ ਇਹਨਾਂ ਦੀ ਕੋਈ ਵਿਲ ਹੀ ਨਹੀਂ ਹੈਗੀ। ਤਾਂ ਇਸ ਕਰਕੇ ਜੇ ਤੁਸੀਂ ਪੁਲਿਸ ਕਹੋਗੇ ਪੁਲਿਸ ਸਮਰੱਥ ਹੈ, ਪੁਲਿਸ ਸਮਰੱਥ ਨਹੀਂ ਹੈਗੀ। ਪੁਲਿਸ ਇੱਕ ਟੂਲ ਹੈ ਤੇ ਟੂਲ ਨੂੰ ਜਿਵੇਂ ਮਰਜ਼ੀ ਯੂਜ਼ ਕੀਤਾ ਜਾ ਸਕਦਾ। ਤੇ ਰਹੀ ਗੱਲ ਪੁਰਾਣੇ ਵੇਲਿਆਂ ਦੀ, ਅਸੀਂ ਤਾਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਪੁਰਾਣੇ ਵੇਲੇ ਜਿਹੜੇ ਹੈਗੇ, ਅਜੇ ਜਿਹੜੀਆਂ ਜਨਰੇਸ਼ਨਾਂ ਬੈਠੀਆਂ ਸਾਡੇ ਵਾਲੀਆਂ, ਅਸੀਂ ਵੀ ਉਦੋਂ ਬੱਚੇ ਸੀ ਉਸ ਵੇਲੇ, ਯੰਗ ਸੀਗੇ ਕਾਫੀ, ਤੇ ਮਤਲਬ ਉਸ ਤੋਂ ਪਹਿਲੇ ਜਿਹੜੇ ਬੰਦੇ ਅਜੇ ਵੀ ਸਾਡੇ ਤੋਂ 15-20 ਸਾਲ 25 ਸਾਲ ਉਮਰ ਵਾਲੇ ਜਿਉਂਦੇ ਜਾਗਦੇ ਬੈਠੇ ਆ,
ਉਹ ਉਸ ਟਾਈਮ ਦੇ ਸਿਆਣੇ ਲੋਕ ਸੀ ਜਿਨ੍ਹਾਂ ਦਾ ਰੋਲ ਅੱਜ ਅਸੀਂ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਪੰਜਾਬ ਦੇ ਜਿਹੜੇ ਯੰਗਸਟਰ ਹੈਗਾ ਉਹਨੂੰ ਅਵੇਅਰ ਕਰੀਏ ਕਿ ਅਸੀਂ ਪੰਜਾਬੀ ਮਰਨ ਵਾਸਤੇ ਨਹੀਂ ਜੰਮੇ। ਇੱਥੇ ਤਾਂ ਸਿਰ ਮੰਗੇ ਜਾ ਰਹੇ ਆ, ਕਹਿੰਦੇ ਸਿਰ ਦਿੱਤਿਆਂ ਹੀ ਗੱਲ ਬਣਨੀ ਹੈ, ਸਿਰ ਦਿੱਤਿਆਂ ਹੀ ਸੱਚਖੰਡ ਹੈ, ਸਿਰ ਦਿੱਤਿਆਂ ਗੁਰੂ ਚਰਨ ਹੈ। ਅਸੀਂ ਕਹਿੰਦੇ ਸਿਰ ਵਰਤਣ ਦੀ ਕਿਉਂ ਨਹੀਂ ਆਪਾਂ ਨੂੰ ਲੋੜ ਹੈਗੀ, ਆਪਾਂ ਸਿਰ ਵਰਤ ਕਿਉਂ ਨਾ ਲਈਏ, ਸਿਰ ਦੇਣ ਵਾਸਤੇ ਹੀ ਕਿਉਂ ਅਸੀਂ ਜੰਮੇ ਹੋਏ ਹਾਂ। ਇਸ ਤਰ੍ਹਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਨੈਰੇਟਿਵ ਜਿਹੜਾ ਹੈਗਾ ਇਹਨੂੰ ਮਤਲਬ ਇਸ ਤਰ੍ਹਾਂ ਨਾ ਲਿਆ ਜਾਵੇ। ਸਿੱਖੀ ਨੇ ਬਹੁਤ ਵੱਡੇ ਯੁੱਧ ਲੜੇ ਆ, ਸਿੱਖੀ ਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਾਡੇ ਸਾਹਮਣੇ ਹੈ, ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਸਾਡੇ ਸਾਹਮਣੇ ਹੈ। ਤਾਂ ਇਹ ਚੀਜ਼ਾਂ ਐਵੇਂ ਨੂੰ ਇਸ ਚੀਜ਼ ਨੂੰ ਇੱਕ ਉਹ ਨਹੀਂ ਬਣਾ ਦੇਣਾ ਚਾਹੀਦਾ ਕਿ ਸਾਡਾ ਯੂਥ ਜਾਂ ਸਾਡੀ ਜਵਾਨੀ ਨੂੰ ਹੀ ਵਰਗਲਾ ਕੇ ਅਸੀਂ ਸਿਰਫ ਇਹ ਕਹੀਏ ਕਿ ਅਸੀਂ ਸਿਰਫ ਸੀਸ ਦੇ ਦਿੱਤਾ ਤੇ ਹੁਣ ਬਾਕੀ ਸਾਡੇ ਕੋਲ ਬਾਕੀ ਕੋਈ ਨਹੀਂ। ਇਸ ਸੀਸ ਨੂੰ ਬਹੁਤ ਚੰਗੀ ਤਰੀਕੇ ਨਾਲ ਵਰਤਣ ਵਾਸਤੇ ਆਪਣੀ ਜਵਾਨੀ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਗਾਉਣ ਦੀ ਕਿ ਇਹਨੂੰ ਚਰਨਾਂ ਵਿੱਚ ਦੇ ਕੇ ਆਪਣਾ ਸਿਰ ਖਾਲੀ ਨਾ ਕਰ ਲਓ। ਸਿਰ ਨੂੰ ਦਿਮਾਗ ਨੂੰ ਵਰਤ ਕੇ ਆਪਾਂ ਆਉਣ ਵਾਲੀਆਂ ਸਾਜ਼ਿਸ਼ਾਂ ਜਿਹੜੀਆਂ ਸਾਡੇ ਨਾਲ ਹੋ ਰਹੀਆਂ, ਭਾਵੇਂ ਕਿਸੇ ਵੱਲੋਂ ਕੀਤੀਆਂ ਜਾ ਰਹੀਆਂ, ਭਾਵੇਂ ਉਹਦੇ ਪਿੱਛੇ ਕੋਈ ਜਥੇਬੰਦੀਆਂ ਕਰ ਰਹੀਆਂ, ਭਾਵੇਂ ਉਹਦੇ ਪਿੱਛੇ ਕੋਈ ਸੈਂਟਰ ਦੀਆਂ ਏਜੰਸੀਆਂ ਦਾ ਕੰਮ ਹੈਗਾ, ਜੋ ਵੀ ਹੈਗਾ ਉਹਨੂੰ ਜਾਗ ਕੇ ਦਿਮਾਗ ਨਾਲ ਇਸ ਸੀਸ ਦੇ ਵਿੱਚ ਜਿਹੜਾ ਦਿਮਾਗ ਸਾਨੂੰ ਦਿੱਤਾ ਗਿਆ ਉਹਨੂੰ ਵਰਤ ਕੇ ਇਹਨਾਂ ਸਾਜ਼ਿਸ਼ਾਂ ਤੋਂ ਬਚ ਕੇ ਜਿਹੜੀਆਂ ਚੀਜ਼ਾਂ ਚੰਗੀਆਂ ਉਹਨੂੰ ਅਡਾਪਟ ਕਰਨ ਦੀ ਲੋੜ ਹੈ। ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾਈ ਦਿੰਦੀਆਂ ਕਿ ਸਾਡੇ ਆਉਣ ਵਾਲੇ ਸਮੇਂ ਵਿੱਚ ਸਾਡੇ ਵਾਸਤੇ ਹਾਰਮਫੁਲ ਹੈ, ਨੁਕਸਾਨ ਵਾਲੀਆਂ, ਉਸ ਤੋਂ ਬਚਣ ਦੀ ਲੋੜ ਹੈ। ਖਾਸ ਤੌਰ ਤੇ ਹਮੇਸ਼ਾ ਹੀ ਜਵਾਨੀ ਨੂੰ ਹੀ ਟਾਰਗੇਟ ਕੀਤਾ ਜਾਂਦਾ ਰਿਹਾ ਸਟਾਰਟਿੰਗ ਤੋਂ, ਕਿਉਂਕਿ ਜਵਾਨੀ ਹੀ ਜਿਹੜੀ ਹੁੰਦੀ ਉਹਦਾ ਵੇਗ ਜਿਹੜਾ ਹੁੰਦਾ ਉਹ ਅੰਨਾ ਹੁੰਦਾ, ਸੋਚਣ ਦੀ ਸਮਰੱਥਾ ਘੱਟ ਹੁੰਦੀ ਹੈ। ਤੇ ਹੁਣ ਦੀ ਜਵਾਨੀ ਦੇ ਹੁਣ ਤਾਂ ਆਪਾਂ ਕੋਈ ਕਸੂਰਵਾਰ ਹੀ ਨਹੀਂ ਠਹਿਰਾ ਸਕਦੇ। ਐਜੂਕੇਸ਼ਨ ਲੈ ਲਈ ਇਹਨਾਂ ਕੋਲੋਂ, ਅਸੀਂ ਨਸ਼ਿਆਂ ਵਿੱਚ ਇਹਨਾਂ ਨੂੰ ਧੱਕਦਾ ਸੀ ਤੇ ਹੁਣ ਤਾਂ ਸੌਖਾ ਟ੍ਰਿਗਰ ਕਰਨਾ ਇਹਨਾਂ ਨੂੰ ਕਿਸੇ ਵੀ ਗਲਤ ਪਾਸੇ। ਤੋ ਅਰਦਾਸ ਵੀ ਕਰਦਾ ਹੁੰਦਾ ਮੈਂ ਤਾਂ ਬਾਬੇ ਨਾਨਕ ਦੀ ਧਰਤੀ ਆ ਇਹ, ਤੇ ਜਾਗਣ ਦੀ ਵੀ ਕਹਿੰਦੇ ਆ ਜਿਹੜੇ ਯੰਗਸਟਰ ਹੈਗੇ ਆ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਸਾਜ਼ਿਸ਼ਾਂ ਜਿਹੜੀਆਂ ਉਹ ਕਿਸੇ ਵੱਲੋਂ ਕੀਤੀਆਂ ਜਾਂਦੀਆਂ। ਹੁਣ ਜੇ ਆਪਾਂ ਇਕੱਲੀ ਗੱਲ ਕਰ ਲੈਂਦੇ ਹਾਂ ਸਿੱਖੀ ਦੀ ਤਾਂ ਫਿਰ ਟਾਰਗੇਟ ਹੁੰਦੇ ਸਾਡੇ ਵਰਗੇ ਲੋਕ। ਜਿਹੜੇ ਵੀ ਜਥੇਬੰਦੀਆਂ ਜਿਹੜੇ ਵੀ ਮਤਲਬ ਕਿਸੇ ਵੀ ਧਰਮ ਨਾਲ ਕੰਸਰਨ ਨੇ, ਉਹ ਭਾਵੇਂ ਮੁਸਲਮਾਨ ਨਾਲ ਹੈ, ਭਾਵੇਂ ਉਹ ਕ੍ਰਿਸਚੈਨਿਟੀ ਨਾਲ ਹੈ, ਭਾਵੇਂ ਉਹ ਹਿੰਦੂ ਸੈਨਾ ਨਾਲ ਜੁੜੇ ਹੋਏ ਲੋਕ ਹੈਗੇ, ਭਾਵੇਂ ਉਹ ਸਿੱਖ ਜਥੇਬੰਦੀਆਂ ਨਾਲ ਜੁੜੇ ਹੋਏ ਲੋਕ ਹੈਗੇ, ਜਿਹੜੇ ਬੰਦੇ ਵੀ ਇਸ ਤਰ੍ਹਾਂ ਦਾ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕਰ ਰਹੇ ਆ ਉਹ ਸਟੇਟ ਦੇ ਭਲੇ ਵਿੱਚ ਨਹੀਂ ਹੈ। ਉਹਨਾਂ ਤੋਂ ਜਾਗਣ ਦੀ ਲੋੜ ਹੈਗੀ ਹੈ, ਆਪਣਾ ਦਿਮਾਗ ਵਰਤਣ ਦੀ ਲੋੜ ਹੈ। ਬਹੁਤ ਘੱਟ ਲੋਕ ਮਿਲਣਗੇ ਜਿਹੜੇ ਤੁਹਾਨੂੰ ਇਹ ਰਸਤੇ ਵਿਖਾਉਣਗੇ। ਮੈਂ 2 ਨਾਮ ਪਹਿਲਾਂ ਤੁਹਾਨੂੰ ਲੈ ਕੇ ਹਟਿਆ, ਉਹ ਵੀ ਲੋਕ ਨਾਮ ਲੈ ਕੇ ਬਿਲਕੁਲ ਸਖਤ ਸ਼ਬਦਾਂ ਵਿੱਚ ਇਸ ਚੀਜ਼ ਨੂੰ ਕੰਡੈਮ ਵੀ ਕਰ ਰਹੇ ਆ ਤੇ ਲੋਕਾਂ ਨੂੰ ਜਗਾਉਣ ਦੀ ਵੀ ਕੋਸ਼ਿਸ਼ ਕਰ ਰਹੇ ਆ। ਸੋ ਤੁਹਾਨੂੰ ਵੀ ਬੇਨਤੀ ਹੈ ਕਿ ਉਹਨਾਂ ਲੋਕਾਂ ਨੂੰ ਜਿਹੜਾ ਹੈਗਾ ਵੱਧ ਤੋਂ ਵੱਧ ਵਿਖਾਓ ਜਿਹੜੇ ਕਿ ਮੈਥੋਂ ਵੀ ਚੰਗੀ ਤਰੀਕੇ ਨਾਲ ਸਪਸ਼ਟ ਰੂਪ ਵਿੱਚ ਇਸ ਚੀਜ਼ ਨੂੰ ਜਿਹੜੀ ਹੈਗੀ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕਦੇ ਆ। ਜੀ ਬਿਲਕੁਲ ਖੁੱਲਾ ਪਲੇਟਫਾਰਮ ਹੈ, ਇਸੇ ਕਰਕੇ ਅਸੀਂ ਤੁਹਾਨੂੰ ਵੀ ਸਮਾਂ ਦਿੱਤਾ ਕਿਉਂਕਿ ਹਰ ਇੱਕ ਦੇ ਆਪੋ ਆਪਣੇ ਵਿਚਾਰ ਨੇ। ਤੁਸੀਂ ਇਸ ਸਿਸਟਮ ਦਾ ਹਿੱਸਾ ਰਹੇ ਹੋ। ਮੈਂ ਇਸ ਦਰਸ਼ਕ ਜਿਹੜੇ ਨੇ ਇਸ ਗੱਲ ਨੂੰ ਸਮਝਣਾ ਚਾਹਣਗੇ ਕਿ ਆਖਿਰਕਾਰ ਏਜੰਸੀਆਂ ਕਿਸ ਢੰਗ ਦੇ ਨਾਲ ਪਲਾਂਟ ਕਰਦੀਆਂ ਨੇ ਕਿਸੇ ਨੂੰ ਵੀ, ਭਾਵੇਂ ਕੋਈ ਇੱਥੋਂ ਪਲਾਂਟ ਕਰਨਾ ਹੈ ਜਾਂ ਵਿਦੇਸ਼ ਚੋਂ ਲਿਆ ਕੇ ਪਲਾਂਟ ਕਰਨਾ ਹੈ। ਉਹ ਕੀ ਤਰੀਕਾ ਹੁੰਦਾ ਹੈ ਕਿ ਉਸ ਚੀਜ਼ ਨੂੰ ਤਿਆਰ ਕੀਤਾ ਜਾਂਦਾ ਹੈ, ਕਿਸੇ ਵੀ ਬੰਦੇ ਨੂੰ ਤਿਆਰ ਕਰ ਦਿੱਤਾ ਜਾਂਦਾ ਹੈ ਕਿ ਉਹਨੂੰ ਲਿਆ ਕੇ ਲੋਕਾਂ ਦੇ ਵਿੱਚ ਉਸ ਤਰੀਕੇ ਦੀ ਸਾਖ ਬਣਾਈ ਜਾਂਦੀ ਆ ਕਿ ਲੋਕ ਇਹ ਮੰਨਣ ਲਈ ਤਿਆਰ ਹੋ ਜਾਂਦੇ ਨੇ ਕਿ ਇਹ ਸਾਡਾ ਰਹਿਨੁਮਾ ਹੋ ਸਕਦਾ ਹੈ, ਇਹ ਸਾਨੂੰ ਉਸ ਦਲਦਲ ਦੇ ਵਿੱਚੋਂ ਕੱਢ ਸਕਦਾ ਹੈ। ਕਿਉਂਕਿ ਲੋਕ ਅੱਜ ਵੀ, ਭਾਵੇਂ ਬਦਲਾਅ ਦਾ ਦੌਰ ਚੱਲਿਆ, ਪਰ ਲੋਕ ਅੱਜ ਵੀ ਸਮਝਦੇ ਨੇ ਕਿ ਅਸੀਂ ਉਸ ਦਲਦਲ ਦੇ ਵਿੱਚ ਅੱਜ ਵੀ ਫਸੇ ਹੋਏ ਆ ਜਿਹਦੇ ਵਿੱਚੋਂ ਸਾਡਾ ਨਿਕਲਣਾ ਕਿਤੇ ਨਾ ਕਿਤੇ ਮੁਸ਼ਕਲ ਜਾਪਦਾ। ਦੇਖੋ ਜੀ, ਇਹਦੀ ਕੋਈ ਸਾਇੰਸ ਨਹੀਂ ਹੈਗੀ ਕਿ ਇਹ ਕਿਵੇਂ ਕੀਤਾ ਜਾਂਦਾ ਹੁੰਦਾ। ਇਹ ਹਾਲਾਤਾਂ ਦੇ ਮੁਤਾਬਕ ਹੁੰਦਾ। ਅੱਜ ਕੀ ਹਾਲਾਤ ਨੇ, 84 ਵੇਲੇ ਡਿਫਰੈਂਟ ਹਾਲਾਤ ਸੀਗੇ, ਉਦੋਂ ਬਾਅਦ ਜਿਹੜਾ ਨਸ਼ੇ ਦਾ ਦੌਰਾ ਹੈ ਉਹਦੇ ਅਲੱਗ ਹਾਲਾਤ ਸੀ, ਅੱਜ ਅਲੱਗ ਹਾਲਾਤ ਹੈ। ਇਹਦੀ ਕੋਈ ਮਤਲਬ ਸਾਇੰਸ ਨਹੀਂ ਹੈਗੀ, ਕੋਈ ਇਹਦੇ ਫਾਰਮੂਲੇ ਨਹੀਂ ਬਣਾਏ ਹੋਏ ਕਿ ਇਹਨਾਂ ਨੂੰ ਮਤਲਬ ਕਿਵੇਂ ਕੀਤਾ ਜਾਂਦਾ। ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ, ਉਹਦੇ ਮੁਤਾਬਕ ਮਾਈਂਡ ਵਰਤ ਕੇ ਜਿਹੜੇ ਲੋਕ ਹੈਗੇ ਮੌਕੇ ਦੇ ਇਹਨਾਂ ਚੀਜ਼ਾਂ ਨੂੰ ਵਰਤਦੇ ਆ। ਤਾਂ ਜੋ ਹੁਣ ਤੁਹਾਡੇ ਹੋਏਗਾ ਸਾਹਮਣੇ ਹੈਗਾ ਉਹ ਦਿਖਾਈ ਦੇ ਰਿਹਾ। ਜਿਹੜਾ 84 ਵੇਲੇ ਜੋ ਸਿਰਜਿਆ ਗਿਆ ਸੀ ਉਹ ਆਪਣੇ ਇਤਿਹਾਸ ਵਿੱਚ ਵੀ ਹੈਗਾ। ਜਿਹੜੇ ਜਿਉਂਦੇ ਜਾਗਦੇ ਲੋਕ ਸਾਡੇ ਵਰਗੇ ਜਾਂ ਸਾਡੇ ਤੋਂ ਵੱਡੀ ਉਮਰ ਦੇ ਬੈਠੇ, ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਉਦੋਂ ਪੰਜਾਬ ਨਾਲ ਕੀ ਸਾਜ਼ਿਸ਼ ਹੋਈ ਸੀਗੀ। ਉਹਨਾਂ ਲੋਕਾਂ ਨੂੰ ਜਾਗਣ ਦੀ ਲੋੜ ਹੈ, ਉਹਨਾਂ ਲੋਕਾਂ ਨੂੰ ਯੂਥ ਨੂੰ ਦੱਸਣ ਦੀ ਲੋੜ ਹੈ। ਸਾਡੇ ਲੋਕਾਂ ਕੋਲ ਗਵਾਉਣ ਨੂੰ ਕੁਛ ਨਹੀਂ ਹੈਗਾ। ਮੈਂ ਵਾਰ-ਵਾਰ ਕਹਿੰਦਾ ਹੁੰਦਾ, ਮੈਨੂੰ ਪਤਾ ਕਿ ਜਦੋਂ ਇਹ ਗੱਲਾਂ ਕਰਾਂਗੇ ਤਾਂ ਅਸੀਂ ਟਾਰਗੇਟ ਹੋਵਾਂਗੇ, ਕੁਝ ਲੋਕਾਂ ਦੇ ਨਿਸ਼ਾਨੇ ਬਣਾਂਗੇ। ਮੈਂ ਪਰਸੋਂ ਹੀ ਕਿਸੇ ਫੰਕਸ਼ਨ ਤੇ ਗਿਆ ਸੀ ਤੇ ਧੱਕੇ ਨਾਲ ਉੱਥੇ ਕੁਝ ਲਫ਼ਜ਼ ਮੇਰੇ ਮੂੰਹ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਗਈ, ਜਿਹੜਾ ਮੇਰਾ ਕੋਈ ਲੇਗਾ ਦੇਗਾ ਨਹੀਂ, ਕਿਉਂਕਿ ਮੈਂ ਜਰਨਲ ਗੱਲ ਕਰਦਾ, ਮੈਂ ਪੰਜਾਬੀ ਹੋਣ ਦੀ ਗੱਲ ਕਰਦਾ। ਜਦੋਂ ਪੰਜਾਬੀ ਹੋਣ ਦੀ ਗੱਲ ਕਰਦਾ ਉਹ ਵੀ ਇਹਨਾਂ ਨੂੰ ਤਕਲੀਫ ਦਿੰਦੀ, ਕਿਉਂਕਿ ਇਹਨਾਂ ਨੂੰ ਤਾਂ ਉਹ ਬੰਦੇ ਸੂਟ ਕਰਦੇ ਜਿਹੜੇ ਪਾਰਟੀਕੂਲਰ ਇੱਕ ਧਰਮ ਦੀ ਗੱਲ ਕਰਨ, ਭਾਵੇਂ ਉਹ ਕ੍ਰਿਸਚੈਨਿਟੀ ਦੀ ਕਰਨ, ਭਾਵੇਂ ਉਹ ਹਿੰਦੂਆਂ ਦੀ ਕਰਨ, ਭਾਵੇਂ ਉਹ ਮੁਸਲਮਾਨਾਂ ਦੀ ਕਰਨ, ਭਾਵੇਂ ਉਹ ਸਿੱਖਾਂ ਦੀ ਕਰਨ। ਤਾਂ ਉੱਥੇ ਆ ਕੇ ਮੈਂ ਰੋੜਾ ਜਿਹੜਾ ਬਣਦਾ ਦਿਖਾਈ ਦਿੰਦਾ ਜਦੋਂ ਮੈਂ ਕਹਿੰਦਾ ਕਿ ਅਸੀਂ ਪੰਜਾਬ ਦੀ ਧਰਤੀ ਤੇ ਬੈਠੇ ਹੋਏ ਲੋਕ। ਫਿਰ ਮੇਰਾ ਤਾਂ ਪੰਜਾਬ ਵੀ ਵੱਖਰਾ ਹੈਗਾ। ਮੈਂ ਤਾਂ ਪੰਜਾਬ ਨੂੰ ਵੀ ਇਹ ਗਿਣਦਾ ਕਿ 7 ਹਿੱਸੇ ਤਾਂ ਸਾਡੇ ਅਸੀਂ ਕਰ ਲਏ ਇੱਧਰ ਹਿੰਦੁਸਤਾਨ ਦੇ ਵਿੱਚ ਇਹਦੇ, ਤੇ ਬਾਕੀ ਲਹਿੰਦਾ ਜਿਹੜਾ ਪਾਕਿਸਤਾਨ ਉਹ ਸਾਰਾ ਜਿਹੜਾ ਹੈਗਾ ਉਹਦਾ ਵੱਡਾ ਪਾਰਟ ਜਿਹੜਾ ਹੈਗਾ ਪੰਜਾਬ ਹੈ। ਸਾਰੀ ਦੁਨੀਆ 'ਚ ਅਸੀਂ ਪੰਜਾਬੀ ਬੈਠੇ ਹਾਂ। ਇਹ 3 ਕਰੋੜ 'ਚ ਸਾਨੂੰ ਸਮੇਟਦੇ, ਮੈਂ 15 ਕਰੋੜ ਕਹਿੰਦਾ। ਤਾਂ ਇਹ ਗੱਲਾਂ ਸਾਰੀਆਂ ਬਹੁਤ ਤਕਲੀਫ ਦੇ ਹੈ ਇਹਨਾਂ ਦੇ ਵਾਸਤੇ। ਅਦਰਵਾਈਜ਼ ਮੇਰਾ ਉਸ ਧਰਮ ਨਾਲ ਕੋਈ ਕੰਸਰਨ ਨਹੀਂ। ਮੈਂ ਸਿੱਖ ਧਰਮ ਨੂੰ ਦੇ ਕਰ ਜਨਮ ਲਿਆ ਤਾਂ ਇਹਦੇ ਵਿੱਚ ਤਾਂ ਮੈਂ ਬਿਲਕੁਲ, ਬੇਸ਼ੱਕ ਮੈਂ ਸਾਬਤ ਸਰੂਪ ਨਾ ਹੋਵਾਂ, ਪਰ ਮੇਰੇ ਹਿਰਦੇ ਵਿੱਚ ਗੁਰੂ ਗ੍ਰੰਥ ਸਾਹਿਬ ਬਾਰੇ, ਬਾਬਾ ਨਾਨਕ ਬਾਰੇ, 10 ਗੁਰੂਆਂ ਬਾਰੇ ਜਿੰਨਾ ਸਤਿਕਾਰ ਹੈ ਉਹਦੇ ਬਾਰੇ ਮੈਨੂੰ ਕੋਈ
ਕੋਈ ਦੱਸਣ ਦੀ ਲੋੜ ਨਹੀਂ, ਮੇਰਾ ਫਰਜ਼ ਬਣਦਾ ਮੇਰਾ ਬਰਥ ਉੱਥੇ ਹੋਇਆ। ਇਵੇਂ ਹੀ ਸਾਰੇ ਜਿਹੜੇ ਧਰਮ ਹੈ ਜਿਨ੍ਹਾਂ ਲੋਕਾਂ ਦੇ ਉਹਨਾਂ ਦਾ ਆਪਣਾ ਹੀ ਨਿੱਜੀ ਮਾਮਲਾ ਹੈ ਤੇ ਉਹਦੇ ਤੇ ਕੋਈ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦੀ। ਸਾਡੀ ਜਿਹੜੀ ਕਾਮਨ ਚੀਜ਼ ਆ ਉਹ ਸਾਡੀ ਧਰਤੀ ਹੈ, ਉਹ ਸਾਡਾ ਜਿਹੜਾ ਜਿੱਥੇ ਸਾਨੂੰ ਮਤਲਬ ਜਨਮ ਸਾਨੂੰ ਦਿੱਤਾ ਪਰਮਾਤਮਾ ਨੇ, ਉਹ ਸਾਡਾ ਇੱਕ ਰਿਸ਼ਤਾ ਸਾਂਝਾ ਸਾਡੇ ਸਾਰਿਆਂ ਦਾ ਹੈਗਾ ਤੇ ਉਹ ਇੱਕ ਪੰਜਾਬੀਅਤ ਹੈਗੀ ਹੈ। ਤੇ ਉਹ ਪੰਜਾਬੀਅਤ ਦੀ ਗੱਲ ਜਿਹੜੀ ਮੈਂ ਕਰਦਾ ਉਹ ਬੜੀ ਤਕਲੀਫ ਦੇ ਹੈਗੀ ਇਹਨਾਂ ਨੂੰ, ਕਿਉਂਕਿ ਜਿਹੜੇ ਲੋਕ ਜੋੜਨ ਦੀ ਗੱਲ ਕਰਦੇ ਆ, ਇਕੱਠ ਦੀ ਗੱਲ ਕਰਦੇ ਆ, ਉਹ ਹਮੇਸ਼ਾ ਹੀ ਜਿਹੜੇ ਇਹ ਜਿਹੇ ਲੋਕ ਜਿਹੜੇ ਵੰਡਣ ਵਾਲੇ ਹੁੰਦੇ ਆ ਉਹਨਾਂ ਦੇ ਟਾਰਗੇਟ ਰਹੇ ਆ। ਸੋ ਤੁਸੀਂ ਕੁਐਸਚਨ ਜਿਹੜਾ ਕੀਤਾ ਸੀ ਉਹ ਇਹ ਹੈ ਕਿ ਇਹਨਾਂ ਦੀ ਕੋਈ ਕੋਈ ਮਿਥਿਆ ਹੋਇਆ ਸਿਸਟਮ ਨਹੀਂ ਹੁੰਦਾ, ਜਿਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਉਹਦੇ ਮੁਤਾਬਕ ਹੈ। ਹੁਣ ਜਦੋਂ ਪਿਛਲੀ ਵਾਰੀ ਇਹ ਸਾਜ਼ਿਸ਼ਾਂ ਦੇ ਚੀਆਂ ਸੀ ਉਦੋਂ ਸਾਡੀ ਜਵਾਨੀ ਇਹ ਨਸ਼ਾ ਥੋੜਾ ਡੁੱਬੀ ਹੋਈ ਸੀ ਜਾਂ ਕੋਈ ਹੋਰ ਥੋੜਾ ਹਾਲਾਤ ਸੀ, ਇਹ ਜੇ ਐਜੂਕੇਸ਼ਨ ਦੀ ਥੋੜਾ ਮਤਲਬ ਹਾਲਾਤ ਜੋ ਅੱਜ ਵਾਲੇ ਆ, ਉਦੋਂ ਡਿਫਰੈਂਟ ਜਿਹੜੇ ਫਾਰਮੂਲੇ ਵਰਤੇ ਗਏ ਸੀਗੇ। ਅੱਜ ਜਿਹੜਾ ਯੂਥ ਸਾਡਾ ਹੈਗਾ ਅੱਜ ਤਾਂ ਬਿਲਕੁਲ ਹੀ ਬਹੁਤ ਸੌਖਾ ਹੈਗਾ ਇਹਨਾਂ ਨੂੰ ਵਰਗ ਲਾਉਣਾ। ਇੱਕ ਸੋਸ਼ਲ ਮੀਡੀਆ ਜਿਹੜਾ ਹੈਗਾ ਇਹਦੇ ਫਾਇਦੇ ਵੀ ਬਹੁਤ ਹੈ ਤੇ ਇਹਦੇ ਨੁਕਸਾਨ ਵੀ ਬਹੁਤ ਹੈਗੇ। ਜਾਣਕਾਰੀ ਜਿਹੜੀ ਹੈ ਬਹੁਤ ਜਲਦੀ ਸ਼ੇਅਰ ਹੁੰਦੀ ਹੈ ਤੇ ਇਵੇਂ ਗੁੰਮਰਾਹ ਕਰਨ ਨੂੰ ਜਾਣਕਾਰੀ ਜਿਹੜੀ ਉਹ ਵੀ ਉਨੀ ਸ਼ੇਅਰ ਹੁੰਦੀ ਹੈ। ਤੇ ਇਸ ਕਰਕੇ ਗੱਲਾਂ ਜਿਹੜੀਆਂ ਹੁੰਦੀਆਂ ਹਰ ਚੀਜ਼ ਦੇ ਪੱਖ ਦੋਨੇ ਹੁੰਦੇ ਆ, ਇੱਕ ਚੀਜ਼ ਨਹੀਂ ਹੋ ਸਕਦੀ। ਪਰ ਅਸੀਂ ਉਹਦੇ ਵਿੱਚੋਂ ਆਪਣੇ ਮਤਲਬ ਦਾ, ਆਪਣੇ ਪੋਜ਼ਿਟਿਵ ਜਿਹੜੀ ਚੀਜ਼ ਦਿਖਾਈ ਦਿੰਦੀ ਉਹਨੂੰ ਛਾਂਟਣਾ, ਉਹਨੂੰ ਆਪਣੇ ਪੱਖ 'ਚ ਵਰਤਣਾ, ਇਹੀ ਜਿਹੜੀ ਹੈਗੀ ਹੈ ਉਹ ਸਿਆਣਪ ਕਹਿ ਸਕਦੇ ਆ ਉਹਨੂੰ। ਇਹੀ ਜਿਹੜੇ ਕੁਛ ਲੋਕ ਜਿਨ੍ਹਾਂ ਨੂੰ ਸਿਆਣੇ ਕਿਹਾ ਜਾਂਦਾ ਉਹ ਇਸ ਚੀਜ਼ ਨੂੰ ਗਾਈਡ ਕਰ ਸਕਦੇ ਆ ਯੰਗਸਟਰ ਨੂੰ, ਨਵੇਂ ਬੱਚਿਆਂ ਨੂੰ, ਕਿ ਜਿਹੜੀਆਂ ਸਾਜ਼ਿਸ਼ਾਂ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਮਤਲਬ ਧਾਰਮਿਕ ਤੌਰ ਤੇ ਕੀਤੀਆਂ ਜਾ ਰਹੀਆਂ ਜਾਂ ਪੋਲੀਟੀਕਲ ਤੌਰ ਤੇ ਕੀਤੀਆਂ ਜਾ ਰਹੀਆਂ, ਕਿਉਂਕਿ ਪੋਲੀਟੀਕਲ ਬੰਦੇ ਹੀ ਪਿੱਛੇ ਹੁੰਦੇ ਆ ਨਾ, ਧਾਰਮਿਕ ਜਥੇਬੰਦੀਆਂ ਕਿਸੇ ਤਰ੍ਹਾਂ ਦੀਆਂ ਵੀ ਹੋਣ, ਉਹ ਕਿਸੇ ਕੌਮ ਦੀਆਂ ਉਹਦੇ ਮਗਰਲੇ ਪਿੱਛੇ ਦੇ ਪੋਲਿਟਿਕਸ ਖੜੀ ਹੈ। ਤਾਂ ਉਹ ਸਭ ਤੋਂ ਵੱਡਾ ਪ੍ਰੋਬਲਮ ਹੈ, ਉਹ ਸਭ ਤੋਂ ਵੱਧ ਦੇਖਣ ਵਾਲੀ ਚੀਜ਼ ਹੈ ਵੀ ਕਿਹਨਾਂ ਦੀਆਂ ਸਿਆਸੀ ਸ਼ਰਾਰਤਾਂ ਕਰਕੇ ਕਿਸ ਤਰ੍ਹਾਂ ਦਾ ਨੈਰੇਟਿਵ ਸਿਰਜਿਆ ਜਾ ਰਿਹਾ। ਸੋ ਇਹਨਾਂ ਚੀਜ਼ਾਂ ਤੋਂ ਜਾਗ ਕੇ ਆਪਾਂ ਜਿਹੜਾ ਹੈਗਾ ਆਉਣ ਵਾਲਾ ਸਮਾਂ ਜਿਹੜਾ ਪੰਜਾਬ ਨੂੰ ਬੇਹੱਦ ਜ਼ਰੂਰਤ ਹੈ, ਸਾਡੀ ਜਵਾਨੀ ਨੂੰ, ਜਾਗੀ ਹੋਈ ਜਵਾਨੀ ਦੀ ਲੋੜ ਹੈ ਇਸ ਟਾਈਮ ਪੰਜਾਬ ਨੂੰ। ਇਸ ਤਰ੍ਹਾਂ ਦੇ ਮਤਲਬ ਵਰਗ ਲਾਉਣ ਵਾਲੇ ਜਿਹੜੇ ਹੈਗੇ ਆ ਸਾਡੀਆਂ ਏਜੰਸੀਆਂ ਜਾਂ ਚੈਨਲਸ ਹੈਗੇ ਬਹੁਤ ਜਿਹੜੇ ਹੈਗੇ ਆ ਇਸ ਟਾਈਮ ਹਮਲਾ ਕੀਤਾ ਹੋਇਆ ਇੱਕ ਤਰੀਕੇ ਨਾਲ ਸਾਡੀ ਜੋ ਨੌਜਵਾਨੀ ਤੇ ਮੈਨੂੰ ਅਫਸੋਸ ਹੁੰਦਾ ਕਹਿਣ ਲੱਗਾ ਕਈ ਵਾਰੀ ਵੀ ਸਾਡੇ ਜਿਹੜੇ ਬੁੱਧੀਜੀਵੀ ਹੈ ਜਾਂ ਸਾਡੇ ਜਿਹੜੇ ਅਡਲਟ ਲੋਕ ਹੈ, ਜਿਹੜੇ ਸਿਆਣੇ ਲੋਕ ਹੈ, ਉਹ ਬੇਸ਼ਰਮੀ ਨਾਲ ਚੁੱਪ ਧਾਰ ਕੇ ਬੈਠੇ ਆ ਔਰ ਬਿਲਕੁਲ ਡਰਦੇ ਆ ਕਿ ਕਿਸੇ ਬਾਰੇ, ਜੇ ਹੁਣ ਮੈਂ ਵੀ ਤਾਂ ਗੱਲ ਕਰ ਰਿਹਾ ਟਾਰਗੇਟ ਤਾਂ ਹੋਊਗਾ ਹੀ ਨਾ। ਪਰ ਇਹ ਗੱਲ ਜਿਹੜੀ ਹੈਗੀ ਜੇ ਸਾਡੇ ਯੰਗਸਟਰ ਜਿਹੜੇ ਹੈਗੇ, ਸਾਡੀ ਜਨਰੇਸ਼ਨ ਅਗਲੀ ਸੁਣ ਲਵੇ ਤੇ ਕੋਈ 5-10% ਵੀ ਅਸਰ ਕਰਦੀ ਹੋਵੇ ਤਾਂ ਮੈਂ ਸਮਝਦਾ ਕਿ ਸਾਡੀ ਗੱਲ ਕੀਤੀ ਦਾ ਕੋਈ ਬੈਨੀਫਿਟ ਹੋ ਗਿਆ ਜਾਂ ਉਹ ਕਿਸੇ ਪਾਸੇ ਸਿਰੇ ਚੜ ਗਈ। 100% ਦਾ ਕਿਸੇ ਦਾ ਹੁੰਦਾ ਹੀ ਕੁਝ ਨਹੀਂ ਹੁੰਦਾ, ਠੀਕ ਹੈ ਨਾ। ਤਾਂ ਜਿੰਨੀ ਗੱਲ ਕਿਤੇ ਚੰਗੀ ਚਲੀ ਜਾਵੇ ਉਹਦਾ ਜਿੰਨਾ ਅਸਰ ਹੋ ਜਾਵੇ ਉਹ ਜਿਹੜਾ ਹੈਗਾ ਅਸੀਂ ਉਹਦੇ ਸਾਰੇ ਦੇ ਸਾਰੇ ਲੋਕ ਕਰਨ ਲੱਗ ਜਾਣਗੇ ਚੰਗੇ ਬੰਦੇ, ਤਾਂ ਬਿਲਕੁਲ ਜਿਹੜਾ ਹੈਗਾ ਆਉਣ ਵਾਲਾ ਸਮਾਂ ਹੈਗਾ ਪ੍ਰਮਾਤਮਾ ਪੰਜਾਬ ਵਾਸਤੇ ਕੋਈ ਚੰਗਾ ਜਿਹੜਾ ਹੈਗਾ ਉਹ ਆਉਣ ਦੀ ਉਮੀਦ ਰੱਖਾਂਗੇ ਜੀ। ਦੇਖੋ ਤਾਂ ਤੁਸੀਂ ਜਦੋਂ ਹਾਲਾਤ ਦੀ ਗੱਲ ਕਰਦੇ ਹੋ ਕਿ ਹਾਲਾਤ ਬਣ ਜਾਂਦੇ ਨੇ, ਇਹ ਹਾਲਾਤ ਬਣਾਏ ਜਾਂਦੇ ਨੇ, ਮਤਲਬ ਕਿ ਪੈਦਾ ਕੀਤੇ ਜਾਂਦੇ ਨੇ ਜਾਂ ਹਾਲਾਤ ਬਣੇ ਹੁੰਦੇ ਨੇ? ਜਿਵੇਂ ਆਪਾਂ ਕਿਸਾਨੀ ਅੰਦੋਲਨ 'ਚ ਵੀ ਦੇਖਿਆ ਬਹੁਤ ਕੁਝ, 84 'ਚ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ ਹੈ ਕਿ ਕਿੱਦਾਂ ਦੇ ਹਾਲਾਤ, ਜਾਂ ਉਸ ਤੋਂ ਬਾਅਦ ਜਦੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਨਸਲਕੁਸ਼ੀ ਇੱਕ ਤਰੀਕੇ ਨਾਲ ਕੀਤੀ ਗਈ, ਉਹ ਲੋਕਾਂ ਨੇ ਹਾਲਾਤ ਦੇਖੇ। ਇਹ ਹਾਲਾਤ ਬਣਾਏ ਜਾਂਦੇ ਨੇ ਜਾਂ ਫਿਰ ਬਣ ਜਾਂਦੇ ਨੇ? ਇਸ ਤਰ੍ਹਾਂ ਸੁਖਵਿੰਦਰ ਜੀ, ਸਾਡਾ ਇੱਕ ਹੋਰ ਮੁਕੱਦਰ ਹੈ ਜਾਂ ਆਪਾਂ ਕਹਿੰਦੇ ਹਾਂ ਤੁਹਾਡੀ ਡੈਸਟਨੀ ਹੈ ਕਿ ਅਸੀਂ ਬਾਰਡਰ ਸਟੇਟ ਦੇ ਵਿੱਚ ਜਨਮ ਲਿਆ ਹੋਇਆ। ਇੱਥੇ ਵੱਖਰੀ ਧਰਤੀ ਤੇ ਜਦੋਂ ਤੁਸੀਂ ਜਨਮ ਲੈਂਦੇ ਤਾਂ ਤੁਹਾਡੇ ਜਿਹੜੇ ਨਸੀਬ ਵੀ ਉਸ ਹਿਸਾਬ ਨਾਲ ਲਿਖੇ ਜਾਂਦੇ ਆ। ਅਸੀਂ ਉਹ ਇੱਕ ਵਾਰ ਜ਼ੋਨ ਦੇ ਵਿੱਚ ਪਹਿਲਾਂ ਹੀ ਪੈਦਾ ਹੋਏ ਹੋਏ ਹਾਂ। ਹਮੇਸ਼ਾ ਤੋਂ ਹੀ ਇਹ ਰੂਟ ਜਿਹੜਾ ਹੈਗਾ ਮਤਲਬ ਇੱਕ ਜਿਹੜਾ ਵਾਰ ਜ਼ੋਨ ਰਿਹਾ ਹੈ ਬਹੁਤ ਲੰਬੇ ਸਮੇਂ ਤੋਂ ਪਿੱਛੇ, ਜਿੰਨਾ ਮਰਜ਼ੀ ਝਾਤੀ ਮਾਰ ਲਈਏ, ਅਹਿਮਦ ਸ਼ਾਹ ਅਬਦਾਲੀ ਹੋਰੀ ਵੀ ਲੁੱਟਣ ਇੱਥੋਂ ਦੇ ਆਏ ਸੀਗੇ, ਹੋਰ ਵੀ ਬਹੁਤ ਜਿਹੜਾ ਮਤਲਬ ਆਪਾਂ ਨਿਗਾਹ ਮਾਰ ਲਈਏ, ਇੱਕ ਵਾਰ ਜ਼ੋਨ ਹੈ ਇੱਥੇ। ਮਤਲਬ ਡੈਸਟਨੀ ਹੈ ਸਾਡੀ, ਸਾਨੂੰ ਇਹ ਭੁਗਤਣਾ ਹੀ ਪਊਗਾ। ਇਹੀ ਸਾਡੀ ਮਤਲਬ ਕਿਸਮਤ ਚੰਗੀ ਹੈ ਕਿ ਅਸੀਂ ਭਾਗਾਂ ਭਰੀ ਧਰਤੀ ਹੈ। ਇਹੀ ਮਤਲਬ ਇੱਕ ਦੂਸਰਾ ਪਾਰਟ ਇਹਦਾ ਵੇਖੀਏ, ਮੈਂ ਪਹਿਲਾਂ ਵੇਖਿਆ ਸੀ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਆ। ਤੋ ਇੱਕ ਫਰਟਾਈਲ ਲੈਂਡ ਜਿਹੜੀ ਵਰਲਡ ਦੇ ਵਿੱਚ ਬਹੁਤ ਮਤਲਬ ਸਾਰੀ ਦੁਨੀਆ ਦੀ ਜਿਹੜੀ ਤੇ ਨਿਗਾਹ ਹੈਗੀ ਹੈ, ਅਸੀਂ ਉੱਥੇ ਜਨਮ ਲਿਆ। ਇਹ ਕੀਮਤੀ ਜਿਹੜੀ ਜ਼ਮੀਨ ਹੈ, ਇਹਦੇ ਤੇ ਹਰ ਇੱਕ ਜਿਹੜੀ ਹੈਗਾ ਕਾਰਪੋਰੇਟ ਹੈ ਦੁਨੀਆ ਲੈਵਲ ਦਾ, ਉਹਦੀ ਨਿਗਾਹ, ਉਹਦੀਆਂ ਸਾਜ਼ਿਸ਼ਾਂ ਹਮੇਸ਼ਾ ਤੋਂ ਰਹਿਣਗੀਆਂ। ਉਹਨਾਂ ਸਾਜ਼ਿਸ਼ਾਂ ਵਿੱਚ ਹੀ 47 ਦੀ ਵੰਡ ਹੋਈ ਸੀ, ਉਹਨਾਂ ਸਾਜ਼ਿਸ਼ਾਂ ਵਿੱਚ ਹੀ ਗਾਂ ਜਾ ਕੇ ਸਾਡੀ ਸਟੇਟ ਗਾਂ ਵੰਡੀ ਗਈ ਛੋਟੇ ਛੋਟੇ ਸੂਬਿਆਂ ਦੇ ਵਿੱਚ। ਤੋ ਇਹਨਾਂ ਸੂਬਿਆਂ ਜਿਹੜੇ ਸਟੇਟਾਂ ਵਿੱਚ ਜਦੋਂ ਪੈਦਾ ਹੋ ਕੇ ਅਸੀਂ ਇਹ ਚੀਜ਼ਾਂ ਕਰਦੇ ਹਾਂ ਤਾਂ ਸਾਨੂੰ ਇਹ ਚੀਜ਼ਾਂ, ਹੁਣ ਜਿਹੜਾ ਬੰਦਾ ਯੂਪੀ 'ਚ ਬੈਠਾ ਹੈ ਜਾਂ MP 'ਚ ਬੈਠਾ ਹੈ ਜਾਂ ਹੋਰ ਜਿਹੜਾ ਵਿਚਾਲੇ ਬੈਠਾ ਕਿਤੇ, ਉਹਨਾਂ ਦੀ ਡਿਫਰੈਂਟ ਪ੍ਰੋਬਲਮ ਹੈ। ਇਹ ਨਹੀਂ ਮੈਂ ਕਹੂੰਗਾ ਕਿ ਉਹਨਾਂ ਦੀਆਂ ਪ੍ਰੋਬਲਮ ਨਹੀਂ ਹੋਣਗੀਆਂ, ਪਰ ਜਿਹੜੀਆਂ ਸਾਡੀਆਂ ਹੈਗੀਆਂ ਇਹ ਬਾਰਡਰ ਤੇ ਜਿਹੜੀਆਂ ਇੰਟਰਨੈਸ਼ਨਲ ਪਾਵਰਸ ਹੋਈਆਂ, ਉਹਨਾਂ ਨੂੰ ਕੁਛ ਹਮੇਸ਼ਾ ਚਾਹੀਦੀ ਹੈ ਡਿਸਟਰਬੈਂਸ। ਇੱਥੇ ਬਿਲਕੁਲ ਪੀਸ ਉਹਨਾਂ ਨੂੰ ਅਲਾਓ ਹੀ ਨਹੀਂ ਕਰ ਸਕਦੇ, ਵਾਰਾ ਹੀ ਨਹੀਂ ਖਾਂਦੀ। ਤਾਂ ਅਸੀਂ ਉਸ ਕਰਕੇ ਇਹਨਾਂ ਚੀਜ਼ਾਂ ਦੇ ਹਮੇਸ਼ਾ ਹੀ ਸ਼ਿਕਾਰ ਰਹੇ ਹਾਂ, ਆਉਣ ਵਾਲੇ ਸਮੇਂ 'ਚ ਰਹਾਂਗੇ। ਤਾਂ ਇਹ ਜਿਹੜਾ ਹੁੰਦੇ ਕਾਬਲ ਦੇ ਜੰਮਿਆਂ ਨੂੰ ਕਹਿੰਦੇ ਹੁੰਦੇ ਨਿਰਤ ਮੁਹਿੰਮਾਂ, ਉਹ ਗੱਲ ਹੈ। ਅਸੀਂ ਕਾਬਲ ਦੇ ਜੰਮੇ ਹੋਏ ਹਾਂ ਤੇ ਇਸ ਕਰਕੇ ਹਮੇਸ਼ਾ ਹੀ ਤਕਲੀਫਾਂ ਰਹਿਣਗੀਆਂ, ਹਮੇਸ਼ਾ ਹੀ ਗੁੰਮਰਾਹ ਕਰਨ ਜਿਹੜੇ ਪ੍ਰਚਾਰ ਵਾਸਤੇ ਲੋਕ ਆਉਂਦੇ ਰਹਿਣਗੇ, ਹਮੇਸ਼ਾ ਹੀ ਕੋਈ ਜਾਗਦੇ ਲੋਕ ਵੀ ਜਿਹੜੇ ਹਮੇਸ਼ਾ ਇਹਦੇ ਬਾਰੇ ਅਗਾਹ ਵੀ ਕਰਦੇ ਰਹਿਣਗੇ, ਔਰ ਜਿਹੜਾ ਸੰਘਰਸ਼ ਵੀ ਹੋਏ ਆ, ਬਹੁਤ ਕੁਛ ਹੋਇਆ, ਉਹਦੇ ਵਿੱਚ ਹਿੱਸਾ ਵੀ ਲੈਂਦੇ ਰਹਾਂਗੇ। ਇਹ ਸਾਡੀ ਡੈਸਟਨੀ ਹੈ।
ਜੀ ਸੇਖੋ ਸਾਹਿਬ, ਤੁਸੀਂ ਬਾਰਡਰ ਸਟੇਟ ਦੀ ਗੱਲ ਕਰਦੇ ਸੀ। ਗੁਜਰਾਤ ਵੀ ਬਾਰਡਰ ਸਟੇਟ ਹੈ, ਰਾਜਸਥਾਨ ਵੀ ਹੈ। ਹੁਣ ਤਾਂ ਕਹਿੰਦੇ ਨਸ਼ਾ ਵੀ ਇੱਧਰ ਦੀ ਥਾਂ ਤੇ ਉਧਰਲੇ ਪਾਸਿਓਂ ਆਉਂਦਾ, ਬੰਦਰਗਾਹਾਂ ਤੋਂ ਆਉਂਦਾ। ਮੈਂ ਇਹ ਰੌਲਾ ਰੱਪਾ ਸਿਰਫ ਪੰਜਾਬ ਦੇ ਵਿੱਚ ਹੀ ਕਿਉਂ ਹੈ? ਜਾਂ ਖਾਲਿਸਤਾਨ ਦੀ ਮੂਵਮੈਂਟ ਜਾਂ ਭਿੰਡਰਾਂ ਵਾਲਿਆਂ ਵਰਗਿਆਂ ਦਾ ਆਉਣਾ, ਇਹ ਪੰਜਾਬ ਹੀ ਕਿਉਂ ਹੈ? ਬਾਕੀ ਸੂਬਿਆਂ ਦੇ ਵਿੱਚ ਕਿਉਂ ਨਹੀਂ ਇਸ ਤਰ੍ਹਾਂ ਦੀ ਗੱਲ ਉੱਠਦੀ ਕਿ ਸਾਨੂੰ ਗੁਜਰਾਤਿਸਤਾਨ ਚਾਹੀਦਾ ਜਾਂ ਸਾਨੂੰ ਰਾਜਸਥਾਨ ਦੇ ਵਿੱਚ ਇਸ ਤਰ੍ਹਾਂ ਦਾ ਖਾਲਿਸਤਾਨ ਟਾਈਪ ਕੁਛ ਚਾਹੀਦਾ? ਉਹੀ ਨਾ, ਫਿਰ ਡੀਐਨਏ ਦੀ ਫਰਕ ਹੈ ਨਾ। ਕੁਝ ਚੀਜ਼ਾਂ ਜਿਹੜੀਆਂ ਇੱਕ ਦੇਖੋ, ਗੁਜਰਾਤ ਇੱਕ ਵਪਾਰ ਵਾਸਤੇ ਜਾਣਿਆ ਜਾਂਦਾ। ਮਾਰਵਾੜੀ ਕੌਮ ਸਾਰੀ ਦੁਨੀਆ ਵਿੱਚ ਮਸ਼ਹੂਰ ਹੈ ਉੱਥੋਂ ਦੀ ਵਪਾਰ ਵਾਸਤੇ। ਤਾਂ ਵਪਾਰ ਦੇ ਉਹ ਐਕਸਪਰਟ ਨੇ। ਅੱਜ ਵੀ ਜਿਹੜਾ ਸਾਰਾ ਜਿਹੜਾ ਮੁਲਕ ਦਾ ਜੋ ਮਤਲਬ ਮੇਨ ਮੇਜਰ ਅੰਬਾਨੀ ਅੰਡਾਨੀ ਜੋ ਹੈਗੇ ਸਾਰੇ ਗੁਜਰਾਤ ਨੂੰ ਬਿਲੋਂਗ ਕਰਦੇ। ਤਾਂ ਫਿਰ ਉਹੀ ਗੱਲ ਉੱਥੇ ਆ ਗਈ ਵੀ ਅਸੀਂ ਆਪਣੇ ਮਿੱਟੀ ਦੇ ਮੁਤਾਬਕ ਸਾਨੂੰ ਸਾਡਾ ਮੁਕੱਦਰ ਵੀ ਤਾਂ ਉਵੇਂ ਲਿਖਿਆ ਹੋਇਆ ਨਾ। ਤਾਂ ਅਸੀਂ ਵਾਰ ਜ਼ੋਨ ਵਿੱਚ ਰਹਿਣ ਵਾਲੇ ਬੰਦਿਆਂ ਦੀਆਂ ਪ੍ਰੋਬਲਮਾਂ ਵੱਖਰੀਆਂ ਰਹਿੰਦੀਆਂ। ਔਰ ਪੰਜਾਬ, ਫਿਰ ਮੈਂ ਤੁਹਾਨੂੰ ਕਿਹਾ, ਰਾਜਸਥਾਨ ਦਾ ਬਹੁਤ ਵੱਡਾ ਪਾਰਟ ਜਿਹੜਾ ਹੈਗਾ ਉਹ ਪੰਜਾਬ ਦਾ ਪਾਰਟ ਸੀਗਾ। ਯੂਪੀ ਦਾ ਬਹੁਤ ਵੱਡਾ ਪਾਰਟ ਜਿਹੜਾ ਪੰਜਾਬ ਦਾ ਪਾਰਟ ਸੀਗਾ। ਦਿੱਲੀ ਤੱਕ ਅਸੀਂ ਪੰਜਾਬ ਸੀਗੇ। ਹਰਿਆਣਾ ਸਾਡਾ ਆਪਣਾ ਹੈ, ਹਿਮਾਚਲ ਸਾਡਾ ਹੈ, ਜੇ ਕੇ ਸਾਡਾ ਹੈ। ਇਵੇਂ ਉਹ ਲਹਿੰਦਾ ਪਾਕਿਸਤਾਨ ਜਿਹੜਾ ਹੈਗਾ। ਤਾਂ ਇਹ ਜ਼ੋਨ ਜਿਹੜਾ ਹੈਗਾ ਹਮੇਸ਼ਾ ਤੋਂ ਰਿਹਾ। ਇਸ ਕਰਕੇ ਇਸ ਜ਼ੋਨ ਦੀ ਦਿੱਕਤ ਹੈ। ਇਹ ਗੁਜਰਾਤ 'ਚ ਨਹੀਂ ਹੋ ਸਕਦੀ, ਇਹ ਕਿਤੇ ਹੋਰ ਸੂਬਿਆਂ ਵਿੱਚ ਨਹੀਂ ਹੋ ਸਕਦੀ। ਇਹ ਨਹੀਂ ਕਿ ਉੱਥੇ ਨਹੀਂ ਹੈਗੀਆਂ, ਉੱਥੋਂ ਦੀਆਂ ਡਿਫਰੈਂਟ ਹੈਗੀਆਂ। ਉਹਨਾਂ ਦੀਆਂ ਆਪਣੀਆਂ ਲੋਕਲ ਹੈਗੀਆਂ ਜਿਨ੍ਹਾਂ ਬਾਰੇ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ। ਪ੍ਰੋਬਲਮਾਂ ਹਮੇਸ਼ਾ ਹੁੰਦੀਆਂ। ਚਿੱਟੇ ਦੀ ਗੱਲ ਤੁਸੀਂ ਕਰਦੇ ਹੋ, ਪਹਿਲਾਂ ਚਿੱਟਾ ਸਮਗਲ ਹੁੰਦਾ ਸੀਗਾ ਬਾਹਰੋਂ ਪਾਕਿਸਤਾਨ ਤੋਂ। ਇਹ ਤਾਂ ਸਿੰਥੈਟਿਕ ਡਰੱਗ ਅੱਜ ਦਾ ਚਿੱਟਾ, ਇਹ ਤਾਂ ਬਣਾਇਆ ਜਾਂਦਾ ਇੱਥੇ। ਪਹਿਲਾਂ ਬਾਦਲ ਵਾਲੇ ਲੱਗੇ ਰਹੇ 10 ਸਾਲ ਫੈਕਟਰੀ ਚਲਾਉਣ, 2006 ਤੋਂ ਜਿਹੜੀ 7 ਤੋਂ 17 ਤੱਕ। ਤੇ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਇਹਨਾਂ ਨੇ ਇਹ ਚੀਜ਼ਾਂ ਬਣਵਾਈਆਂ। ਸਾਰੇ ਰਿਕਾਰਡ ਹਾਈ ਕੋਰਟ ਦੀ ਟੇਬਲ ਤੇ ਪਏ। ਇਸ ਦੇ ਬਾਵਜੂਦ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਉਸ ਤੋਂ ਬਾਅਦ ਜਿਹੜਾ ਕਾਂਗਰਸ ਨੇ ਸੰਭਾਲ ਲਿਆ ਇਹਨੂੰ, ਕੈਪਟਨ ਸੰਦੀਪ ਸੰਧੂ ਦੀ ਨਿਗਰਾਨੀ ਵਿੱਚ, ਸੁਖਜਿੰਦਰ ਸਿੰਘ ਰੰਧਾਵੇ ਦੀ ਨਿਗਰਾਨੀ ਦੇ ਵਿੱਚ ਉਹਨਾਂ ਨੇ ਇਹ ਕੰਮ ਚਲਾਇਆ। ਹੁਣ ਇਹ ਸਰਕਾਰ 'ਚ 6 ਮਹੀਨੇ ਹੋ ਗਏ ਆ, ਕੰਮ ਉਸ ਤੋਂ ਵੱਧ ਤੇਜ਼ ਜਾਂ ਚੱਲ ਰਿਹਾ। ਤੇ ਕੌਣ ਚਲਾ ਰਿਹਾ ਇਹ ਅਜੇ ਆਉਣ ਵਾਲੇ ਸਮੇਂ 'ਚ ਥੋੜਾ ਚਿਰ ਪਤਾ ਲੱਗ ਜਾਊਗਾ, ਕਿ ਅਜੇ ਨਵਾਂ ਕੰਮ ਹੈ। ਕੁਛ ਚਿਰ ਤਾਂ ਪੜਦੇ ਰਹਿ ਜਾਂਦੇ ਹੁੰਦੇ ਆ। ਤੇ ਪਰ ਲੱਗਦਾ ਜਿਵੇਂ ਜੇਲ੍ਹਾਂ ਦੇ ਵਿੱਚ ਹਰਜੋਤ ਬੈਂਸ ਹੈਗਾ, ਜਿਸ ਤਰ੍ਹਾਂ ਦਾ ਵਿਹਾਰ ਉਹਦਾ ਹੁਣ ਤੱਕ ਰਿਹਾ। ਤਾਂ ਇੱਕ ਤਾਂ ਦਿਖਾਈ ਦੇ ਹੀ ਰਿਹਾ ਨਾ ਕਿ ਮੇਨ ਜਿਹੜਾ ਡਰੱਗ ਨੂੰ ਆਪਰੇਟ ਕਰਨ ਵਾਲਾ ਜਿਹੜਾ ਗੈਂਗਸਟਰ ਸਿਸਟਮ ਬਣਾਇਆ ਇਹਨਾਂ ਨੇ ਪੋਲੀਟੀਸ਼ਨਾਂ ਨੇ ਸਾਡੇ ਬੱਚਿਆਂ ਦਾ, ਉਹ ਤਾਂ ਆਪਰੇਟ ਉੱਥੋਂ ਹੋ ਹੀ ਰਿਹਾ ਨਾ। ਤਾਂ ਇੱਕ ਤਾਂ ਸਾਨੂੰ ਨਾਮ ਸਾਹਮਣੇ ਦਿਖਾਈ ਆ ਹੀ ਜਾਊਗਾ ਵੀ ਜਿਹੜੇ ਕੰਮ ਚੱਲੀ ਜਾਂਦਾ। ਤਾਂ ਮਤਲਬ ਇਹ ਇੱਕ ਜੇਲ੍ਹ ਡਿਪਾਰਟਮੈਂਟ ਦੀ ਤਾਂ ਸ਼ਮੂਲੀਅਤ ਇਹਦੇ 'ਚ ਹੈਗੀ ਹੈ। ਤੇ ਗਾਂ ਆਉਣ ਵਾਲੇ ਸਮੇਂ 'ਚ ਹੋਰ ਜਿਹੜਾ ਕੋਈ ਮੇਨ ਮਾਲਕ ਹੈ ਇਸ ਟਾਈਮ ਅੱਜ ਦੀ ਸਟੇਟ 'ਚ, ਰਾਘਵ ਚੱਡਾ ਹੈਗਾ, ਉਹਨੂੰ ਪਤਾ ਹੋਊਗਾ। ਫਿਰ ਇਹੀ ਕਹਿ ਸਕਦੇ ਨਾ, ਭਗਵੰਤ ਮਾਨ ਦੇ ਤਾਂ ਬੱਲੇ ਕੁਛ ਹੈ ਨਹੀਂ। ਹੁਣ ਤਾਂ ਸੀਐਮ ਦਾ ਨਾਮ ਹੈ ਉਹਦਾ, ਠੀਕ ਹੈ। ਜਿੱਦੇ ਕਿਤੇ ਉਹ ਸੀਐਮ ਦੀ ਗੱਲ ਹੁੰਦੀ ਜਾਂ ਮਾੜੀ ਮੋਟੀ ਗੱਲ ਉਹਦੇ 'ਚ ਕੋਈ ਕਣ ਹੁੰਦਾ ਤਾਂ ਅੱਜ ਹੋ ਸਕਦਾ ਸਟੇਟ ਦੀ ਹਾਲਤ ਇਹੋ ਜਿਹੀ ਨਾ ਹੁੰਦੀ। ਤੁਸੀਂ ਆਉਣ ਵਾਲੇ ਸਮੇਂ ਦੇ ਕਈ ਜਿਹੜੇ ਹੈਗੇ ਆ ਸਵਾਲਾਂ ਦੇ ਜਵਾਬ ਜਿਹੜੇ ਸਮਾਂ ਦੇਊਗਾ ਜੀ, ਉਦੋਂ ਕਰਾਂਗੇ ਡਿਸਕਸ਼ਨ ਇਹਨਾਂ ਗੱਲਾਂ ਤੇ ਜੀ। ਉਹਦਾ ਕਾਰਨ ਕੀ ਮੰਨਦੇ ਹੋ ਕਿ ਜਦੋਂ ਵੀ ਕੋਈ ਇਸ ਕਿਸਮ ਦੀ ਹਵਾ ਚੱਲਦੀ ਹੈ ਤਾਂ ਉਹਨੂੰ ਮਤਲਬ ਕਿ ਜਾਂ ਤਾਂ ਮੌਕੇ ਦੇ ਉੱਤੇ ਹੀ ਦਬਾ ਲਿਆ ਜਾਵੇ, ਨਹੀਂ ਤਾਂ ਫਿਰ ਉਹਨੂੰ ਸਮਾਂ ਦਿੱਤਾ ਜਾਂਦਾ ਹੈ ਕਿ ਉਹ ਹੋਰ ਉੱਭਰੇ, ਇੱਕ ਬਹੁਤ ਵੱਡਾ ਗੁਬਾਰਾ ਬਣੇ, ਉਸ ਤੋਂ ਬਾਅਦ ਉਹਨੂੰ ਫੂੜਿਆ ਜਾਂਦਾ। ਇਹਦਾ ਕਾਰਨ ਕੀ ਹੈ? ਇਹਦੇ ਕਾਰਨ ਉਹ ਇਹੀ ਹੈ ਜੀ, ਹਰ ਚੀਜ਼ ਜਿਹੜੀ ਹੈਗੀ ਹੈ ਸੈਲਫ ਸੈਂਟਰਡ ਹੋਈ ਵੀ ਹੈ। ਹਰ ਇੱਕ ਬੰਦੇ ਨੇ ਮਤਲਬ ਪੈਸਾ ਮੁੱਖ ਰੱਖ ਲਿਆ ਤੇ ਪਾਵਰ ਮੁੱਖ ਰੱਖ ਲਈ। ਜਦੋਂ ਪੈਸਾ ਤੇ ਪਾਵਰ ਮੁੱਖ ਰੱਖਣੇ ਹੋਣਗੇ ਤੇ ਫਿਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਸ ਤਰੀਕੇ ਨਾਲ ਹੀ ਮਤਲਬ ਹੁੰਦੀਆਂ ਜਿਵੇਂ ਕਿ ਹੁਣ ਹੋ ਰਹੀਆਂ, ਜਾਂ ਪਿਛਲੇ 15 20 25 ਸਾਲਾਂ 'ਚ ਪਿਛਲੇ ਸਾਨੂੰ ਦਿਖਾਇਆ ਗਿਆ। ਤੇ ਇਹਦੇ ਪਿੱਛੇ ਨਿੱਜੀ ਜਿਹੜਾ ਹੈਗਾ, ਨਿੱਜ ਜਿਹੜਾ ਲੁਕਿਆ ਹੋਇਆ, ਆਪਣੇ ਲਾਲਚ, ਆਪਣੇ ਪਰਿਵਾਰ ਪਾਲਣੇ, ਆਪਣੀਆਂ ਕੁਰਸੀਆਂ ਦੀ ਰਾਖੀ ਜਿਹੜੀ ਹੈਗੀ ਹੈ, ਉਹ ਰੀਜ਼ਨ ਹੈ ਜਿਹੜੇ ਸਭ ਤੋਂ ਵੱਡੇ ਇਹਦੇ ਪਿੱਛੇ ਛੁਪੇ ਹੋਏ ਆ। ਨਹੀਂ ਤਾਂ ਜੇ ਕੋਈ ਜਿਵੇਂ ਅੱਗੇ ਗੱਲਾਂ ਕਰਦੇ ਹੁੰਦੇ ਸੀ ਵੀ ਲੋਕ ਨਹੀਂ ਸੇਵਾ, ਰਾਜ ਨਹੀਂ ਸੇਵਾ, ਜਾਂ ਥੋੜੀ ਬਹੁਤ ਭਾਵਨਾਵਾਂ ਪੁਰਾਣੇ ਲੀਡਰਾਂ 'ਚ ਹੁੰਦੀਆਂ ਸੀ ਵੀ ਅਸੀਂ ਜੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਅਸੀਂ ਇਹਨਾਂ ਦਾ ਵੀ ਭਲਾ ਕਰੀਏ, ਕਿਉਂਕਿ ਤਾਂ ਗੱਲ ਹੀ ਖਤਮ ਹੋ ਗਈ। ਬਿਜ਼ਨਸ ਹੋ ਗਿਆ ਜਦੋਂ ਦੀ ਮਤਲਬ ਰਾਜਨੀਤੀ ਬਿਜ਼ਨਸ ਬਣੀ ਹੈ। ਤੇ ਉਦੋਂ ਬਾਅਦ ਕਿਸੇ ਨੇ ਕਿਸੇ ਦਾ ਕਿਉਂ ਲਿਹਾਜ਼ ਕਰਨਾ ਸੀ ਜਦੋਂ ਹੈ ਹੀ ਵਪਾਰ। ਉਹ ਕਹਿੰਦੇ ਅਸੀਂ ਇਨਵੈਸਟਮੈਂਟ ਕੀਤੀ ਹੈ ਜੀ, ਪੈਸੇ ਲਾਏ ਹੈ ਤੇ ਇਲੈਕਸ਼ਨ ਜਿਹੜੇ ਜਿੱਤੇ ਹੈ। ਤੇ ਜੇ ਇਲੈਕਸ਼ਨ ਪੈਸੇ ਲਾ ਕੇ ਜਿੱਤੇ ਤੇ ਫਿਰ ਮਤਲਬ ਪੈਸੇ ਨਾਲ ਤਾਂ ਅਗਲੇ ਨੇ ਪੈਸਾ ਹੀ ਕਮਾਉਣਾ ਨਾ। ਤਾਂ ਵਪਾਰ ਬਣਨ ਦੇ ਨਾਲ ਮਤਲਬ ਇਹ ਜਿਹੜੀ ਇਹ ਲਾਈਨ ਸੀ ਰਾਜਨੀਤੀ ਦੀ, ਇਹਦਾ ਬਿਲਕੁਲ ਹੀ ਵਿਨਾਸ਼ ਹੋ ਗਿਆ ਕਹਿ ਸਕਦੇ ਹਾਂ। ਅੱਜ ਦੀ ਡੇਟ ਵਿੱਚ ਕੋਈ ਵੀ ਰਾਜਨੀਤੀਵਾਨ ਇਹੋ ਜਿਹਾ ਨਹੀਂ ਹੈਗਾ ਜਿਹੜਾ ਕੋਈ ਲੋਕ ਭਲੇ ਦੀ ਗੱਲ ਕਰਦਾ ਹੋਵੇ ਜਾਂ ਸੋਚਦਾ ਹੋਵੇ ਕਿ ਜੇ ਸਾਨੂੰ ਮਤਲਬ ਕਿਸੇ ਨੇ ਸੋਚ ਕੇ ਇਹ ਪਾਵਰ ਦਿੱਤੀ ਤਾਂ ਅਸੀਂ ਕੁਝ ਉਹ ਵੀ ਕਰ ਲਈਏ। ਮੈਂ ਤਾਂ ਕਹਿੰਦਾ ਹੁੰਦਾ ਵੀ ਪਿਛਲੀਆਂ ਸਰਕਾਰਾਂ ਨੂੰ ਕੀ ਹੋਇਆ ਸੀ, ਅੱਜ ਦੀ ਸਰਕਾਰ ਨੂੰ ਕੀ ਹੋਇਆ। ਸਾਡੇ ਵਰਗੇ ਲੋਕ ਫਿਰ ਯਾਦ ਕਰਾਉਣ ਵਾਸਤੇ, ਜਗਾਉਣ ਵਾਸਤੇ ਜੁੱਤੀਆਂ ਤੱਕ ਮਰੀ ਜਾਂਦੇ ਆ। ਇਹ ਜੁੱਤੀਆਂ ਹੀ ਹੁੰਦੀਆਂ, ਹੋਰ ਕੀ ਹੁੰਦੀ ਹੈ। ਹਾਈ ਕੋਰਟ ਨੂੰ ਤਾਂ ਦੱਸਦਾ ਵੀ ਤੁਸੀਂ ਆਪਣਾ ਬਿਲਕੁਲ ਬੈਲੈਂਸ ਖਰਾਬ ਕਰ ਚੁੱਕੇ ਹੋ, ਤੁਸੀਂ ਬਿਲਕੁਲ ਪਾਰਸ਼ਲ ਜਿਹੜੇ ਹੋ ਕੇ ਨਹੀਂ ਜਿਹੜਾ ਕਰ ਰਹੇ ਹੋ। ਇੰਪਾਰਸ਼ਲ ਹੋਣਾ ਚਾਹੀਦਾ। ਤੁਹਾਡੀਆਂ ਸੀਟਾਂ ਜਿਹੜੀਆਂ ਹੈਗੀਆਂ ਇਨਸਾਫ ਦੇ ਮੰਦਰਾਂ ਦੀਆਂ, ਇਹਨਾਂ ਕੰਮਾਂ ਵਾਸਤੇ ਨਹੀਂ ਬਣੀਆਂ ਜੋ ਤੁਸੀਂ ਅੱਜ ਕਰ ਰਹੇ ਹੋ। ਮੀਡੀਆ ਨੂੰ ਕਹਿੰਦੇ ਆ ਜੋ ਕਰ ਰਿਹਾ ਤੁਸੀਂ ਆਪਣਾ ਰੋਲ ਅਦਾ ਕਰਕੇ ਜਿਹੜਾ ਗਲਤ ਅੱਜ ਤੁਸੀਂ ਨੁਕਸਾਨ ਕਰ ਰਹੇ ਹੋ ਜਿਹੜਾ ਸਟੇਟ ਦਾ, ਉਹ ਵੀ ਬਹੁਤ ਮਾੜੀ ਗੱਲ ਹੈਗੀ ਹੈ। ਇਵੇਂ ਬਿਊਰੋਕ੍ਰੇਸੀ ਜਿਹੜੀ ਮੇਨ ਜਿਹੜੀ ਹੈਗੀ ਹੈ ਉਹ ਸਾਰੀ ਦੀ ਸਾਰੀ ਗੇਮ ਖੇਡ ਰਹੀ ਹੈ। ਸਾਰੀਆਂ ਪਾਵਰਾਂ ਇਹਨਾਂ ਕੋਲੇ ਹੈ ਤੇ ਬਾਕੀ ਜਿਹੜੇ ਹੈਗੇ ਆ ਸਾਰੇ ਜਿਹੜੇ ਥੰਮ ਹੈ ਇਹਨਾਂ ਨੂੰ ਨਚਾਈ ਜਾਂਦੇ ਆ। ਤਾਂ ਪੋਲੀਟੀਸ਼ਨ ਬਾਰੇ ਤਾਂ ਆਪਾਂ ਗੱਲ ਹੀ 24 ਘੰਟੇ ਕਰਦੇ, ਤੇ ਰਹਿ ਗਈ ਪਬਲਿਕ। ਡੈਮੋਕ੍ਰੇਸੀ ਜਿਹੜੀ ਹੈਗੀ ਆ, ਲੋਕ ਰਾਏ ਹੈ, ਉਹਦਾ ਕਿਤੇ ਥਾਂ ਹੀ ਨਹੀਂ ਰਿਹਾ। ਆ ਮੀਡੀਆ ਪਤਾ ਨਹੀਂ ਕਿਹੜੇ ਵੇਲੇ ਲੋਕ ਰਾਏ ਦਾ ਮਾਲਕ ਬਣ ਕੇ ਚੌਥਾ ਥੰਮ ਬਣ ਗਿਆ, ਜੋ ਕਿ ਕਦੇ ਨਾ ਸੀ ਨਾ ਹੈਗਾ। ਤੇ ਇਹਨਾਂ ਦਾ ਰੋਲ ਜਿਹੜਾ ਸਭ ਤੋਂ ਵੱਡਾ, ਜੇ ਅੱਜ ਦਾ ਨੁਕਸਾਨ ਮੈਂ ਗਿਣਦਾ ਸਟੇਟ ਦਾ ਇਸ ਟਾਈਮ ਸਭ ਤੋਂ ਵੱਡਾ, ਉਹਦਾ ਮੁੱਖ ਦੋਸ਼ੀ ਜਿਹੜਾ ਸਾਡਾ ਮੀਡੀਆ ਹੈ ਜੀ। ਦੇਖੋ ਸਭ ਇਸ ਸਭ ਦੇ ਵਿਚਾਲੇ ਜਦੋਂ ਸਿਆਸਤਦਾਨ ਇਹ ਗੱਲ ਕਹਿੰਦਾ ਕਿ
ਹਾਲਾਤਾਂ ਤੋਂ ਜਿਹੜਾ ਉਹ ਸਾਡਾ ਪਾਕਿਸਤਾਨ ਫਾਇਦਾ ਚੁੱਕ ਸਕਦਾ ਹੈ, ਨੌਜਵਾਨੀ ਨੂੰ ਉਕਸਾਇਆ ਜਾ ਸਕਦਾ ਹੈ। ਜਿਵੇਂ ਕੈਪਟਨ ਸਾਹਿਬ ਵੀ ਕਹਿੰਦੇ ਨੇ ਕਿ ਅਗਨੀਵੀਰ ਯੋਜਨਾ ਚੋਂ ਜਿਹੜੇ ਬਾਹਰ ਆਉਣਗੇ ਉਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਹੋਏਗੀ ਤੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਦਾ ਮਾਹੌਲ ਫਿਰ ਬਣ ਸਕਦਾ ਆ। ਅੱਜ ਵੀ ਕੀ ਪਾਕਿਸਤਾਨ ਇਸ ਸਭ ਦੇ ਕਾਬਿਲ ਹੈ ਜਾਂ ਸਾਡੇ ਅੰਦਰੋਂ ਹੀ ਸਭ ਕੁਝ ਚੱਲ ਰਿਹਾ? ਪਾਕਿਸਤਾਨ ਨੂੰ ਪ੍ਰੋਬਲਮ ਕੀ ਹੈ? ਸਾਡੇ ਨਾਲ ਲੀਡਰਾਂ ਦੀ ਪ੍ਰੋਬਲਮ ਹੈ। ਲੀਡਰ ਉਧਰ ਵੀ ਇਹ ਜੇ ਮੈਂ ਕਹਿੰਦਾ ਉਹਨਾਂ ਦੇ ਮੁਕੱਦਮ ਬੈਠੇ ਆ, ਜਦੋਂ ਇਹਨੂੰ ਕੁੱਤੇ ਦੇ ਪੁੱਤ ਕਹਿੰਦੇ ਫਿਰ ਤਕਲੀਫ ਹੁੰਦੀ। ਮੈਂ ਮੁਕੱਦਮ ਰੱਖਦਾ ਕਿ ਬਾਬੇ ਨਾਨਕ ਨੇ ਕਿਹਾ ਸੀ ਰਾਜੇ ਸਿੰਘ ਮੁਕੱਦਮ ਕੁੱਤੇ, ਤੇ ਮੁਕੱਦਮ ਜਿਹੜੇ ਬੈਠੇ ਉਧਰ ਵੀ ਬੈਠੇ ਉਹ ਵੀ ਇਸੇ ਨਾਲ ਦੇ ਮੁਕੱਦਮ, ਸਾਡੇ ਵੀ ਇਸੇ ਨਾਲ ਦੇ ਹੈਗੇ ਆ। ਪ੍ਰੋਬਲਮ ਮੁਕੱਦਮਾਂ ਦੀ ਹੈ, ਪ੍ਰੋਬਲਮ ਲੋਕਾਂ ਦੀ ਨਹੀਂ। ਸਾਡੇ ਨਾਲੋਂ ਕਿਤੇ ਵੱਧ ਪੰਜਾਬੀ ਨੇ ਪਰਲੇ ਪਾਸੇ ਲੋਕ ਬੈਠੇ, ਉਹਨਾਂ ਦੇ ਹਿਰਦੇ ਸਾਡੇ ਨਾਲ ਜੁੜੇ ਹੋਏ ਆ। ਸਾਡੇ ਉਹਨਾਂ ਨਾਲ ਘੱਟ ਜੁੜੇ ਤਾਂ ਹੈ ਕਿ ਅਸੀਂ ਵੰਡ ਦਿੱਤੇ ਗਏ ਹਾਂ। ਅਸੀਂ ਤਾਂ ਪੰਜਾਬੀ ਰਹੇ ਹੀ ਨਹੀਂ, ਹੁਣ ਤਾਂ ਨਾਮ ਰਹਿ ਗਿਆ ਵੀ ਪੰਜਾਬੀ ਹੈ। ਤਾਂ ਜਿਹੜੀ ਅਸਲ ਜੇ ਕੋਈ ਪੰਜਾਬੀ ਤੇ ਬਚਦੀ ਹੈ ਤਾਂ ਪਾਕਿਸਤਾਨ ਦੇ ਵਿੱਚ ਬਚਦੀ ਹੈ। ਉੱਥੇ ਮਿਡਲ ਕਲਾਸ ਹੈ ਨਹੀਂ ਸੀਗੀ, ਉਹਦੇ ਕਰਕੇ ਉੱਥੇ ਲੋਕ ਜਿਹੜੇ ਬੇਸ਼ੱਕ ਰਜਵਾੜਾ ਸ਼ਾਹੀ ਹੈ, ਉੱਥੇ ਦੋ ਕਲਾਸਾਂ, ਉੱਪਰਲੇ ਲੋਕ ਹੈ ਜਾਂ ਥੱਲੇ ਵਾਲੇ, ਪਰ ਉਹਦੇ ਕਰਕੇ ਪੰਜਾਬੀਅਤ ਬਚੀ ਹੋਈ ਹੈ। ਧਰਤੀ ਨਾਲ ਜੁੜੇ ਹੋਏ ਲੋਕ ਹੈਗੇ, ਸਾਡੇ ਕੋਲ ਤਾਂ ਉਹ ਵੀ ਨਹੀਂ ਰਿਹਾ। ਅਸੀਂ ਤਾਂ ਆਪਣੀ ਪੰਜਾਬੀ ਤੇ ਵੀ ਗਵਾਈ ਬੈਠੇ ਹਾਂ। ਤਾਂ ਸੋ ਜੇ ਪ੍ਰੋਬਲਮ ਇਹ ਹੈਗੀ ਹੈ ਲੀਡਰਾਂ ਦੀ ਹੈਗੀ ਹੈ, ਉੱਪਰਲਿਆਂ ਦੀ ਹੈਗੀ, ਲੋਕਾਂ ਦੀ ਕਦੇ ਕੋਈ ਪ੍ਰੋਬਲਮ ਨਹੀਂ ਸੀ। ਜਦੋਂ ਜੰਗਾਂ ਲੜਦੀਆਂ ਉਦੋਂ ਜਿਹੜੇ ਫੌਜੀ ਹੁੰਦੇ ਉਹ ਤਾਂ ਸਰਕਾਰ ਹੁੰਦੇ, ਸਰਕਾਰ ਇੱਕ ਦੂਜੇ ਨਾਲ ਲੜਦੀ ਹੈ, ਭਰਾ ਥੋੜਾ ਕਿਸੇ ਭਰਾ ਨੂੰ ਮਾਰਦਾ। ਬੜੀਆਂ ਉਦਾਹਰਨਾਂ ਹੈਗੀਆਂ ਇਹਨਾਂ ਚੀਜ਼ਾਂ ਦੇ ਵਿੱਚ, ਪੁਰਾਣੀਆਂ ਲੜਾਈਆਂ ਵਿੱਚ ਵੇਖਿਆ ਜਾਵੇ। ਜਦੋਂ ਇਨਸਾਨੀਅਤ ਦੇ ਤੌਰ ਤੇ ਜਦੋਂ ਆਪਾਂ ਦੇਖਦੇ ਹਾਂ ਤਾਂ ਇੱਕ ਦੂਜੇ ਦਾ ਧਿਆਨ ਕਰਨ ਵਾਲੀ ਗੱਲ ਹੁੰਦੀ ਹੈ। ਸੋ ਸਟੇਟਾਂ ਨੂੰ ਵੰਡ ਕੇ, ਮੁਲਕਾਂ ਨੂੰ ਵੰਡ ਕੇ ਉਸ ਤੋਂ ਬਾਅਦ ਜਿਹੜੀ ਰਾਜਨੀਤੀ ਹੈਗੀ ਆ ਉਹਦੇ ਕਰਕੇ ਲੋਕਾਂ ਨੂੰ ਮਤਲਬ ਇਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਨਹੀਂ ਤਾਂ ਪਸ਼ੂ ਪੰਛੀ ਹੈਗੇ ਆ, ਪਾਣੀ ਵਗਦੇ ਆ, ਦਰਖਤ ਹੈਗੇ, ਕਿਸੇ ਨੂੰ ਕੋਈ ਉਹਨਾਂ ਦੇ ਵਾਸਤੇ ਬਾਰਡਰ ਨਹੀਂ, ਕੋਈ ਸਟੇਟ ਨਹੀਂ, ਇੱਕੋ ਹੀ ਹੈਗਾ। ਅਸੀਂ ਵੰਡ ਦਿੱਤੇ ਗਏ ਆ। ਸਾਨੂੰ ਮਤਲਬ ਆਪਦੇ ਭੈਣ ਭਰਾਵਾਂ ਨਾਲ, ਆਪਦੇ ਭਾਈਚਾਰਿਆਂ ਨੂੰ ਮਿਲਣ ਵਾਸਤੇ ਵੀਜ਼ੇ ਵੀ ਨਹੀਂ ਦਿੱਤੇ ਜਾਂਦੇ। ਬਾਕੀ ਤਾਂ ਛੱਡੋ, ਵਪਾਰ ਤਾਂ ਬਾਅਦ ਦੀਆਂ ਗੱਲਾਂ। ਅੱਜ ਦੀ ਡੇਟ ਵਿੱਚ ਨੇ ਉਹ ਵੀ ਬੰਦ ਕਰ ਦਿੱਤਾ ਕਿ ਅਸੀਂ ਉਹਨਾਂ ਨੂੰ ਕਿਸੇ ਨੂੰ ਆਪਦੇ ਰਿਲੇਸ਼ਨ ਜਾ ਕੇ ਮਿਲ ਵੀ ਸਕੀਏ। ਤਾਂ ਸਾਰੀਆਂ ਪ੍ਰੋਬਲਮਾਂ ਸੁਖਵਿੰਦਰ ਜੀ ਜਿਹੜੀਆਂ ਪੋਲੀਟਿਕਸ ਨਾਲ ਉੱਪਰਲੇ ਬੰਦਿਆਂ ਨੇ, ਭਾਈਚਾਰੇ ਨੂੰ, ਲੋਕਾਂ ਨੂੰ ਸਾਡੇ ਨਾਲ ਕੋਈ ਵਿਗੜਨ ਨੂੰ ਨਹੀਂ ਹੈਗਾ। ਸਾਰੀਆਂ ਦੀਆਂ ਸਾਰੀਆਂ ਕਾਸਟ ਜਿਹੜੀਆਂ ਸਾਡੀਆਂ ਇੱਥੇ ਪੰਜਾਬ ਦੇ ਵਿੱਚ ਹੈਗੀਆਂ, ਸੰਧੂ, ਚੀਮੇ, ਘੁੰਮਣ, ਜੋ ਵੀ ਆਪਾਂ ਇੱਥੋਂ ਪੰਜਾਬੀ ਹੈਗੇ ਆ, ਸਾਰੀਆਂ ਸਾਰੀਆਂ ਉਸ ਕਾਸਟ ਦੇ ਲੋਕ ਪਾਕਿਸਤਾਨ ਦੇ ਵਿੱਚ ਬੈਠੇ ਆ। ਇੱਕੋ ਹੀ ਸਾਡਾ ਭਾਈਚਾਰਾ ਸੀਗਾ ਤੇ ਅੱਜ ਉਹਨੂੰ ਬਣਾ ਕੇ ਜੋ ਮਰਜ਼ੀ ਕਰੀ ਜਾਣ। ਤਾਂ ਸੋ ਲੋਕਾਂ 'ਚ ਕੋਈ ਪ੍ਰੋਬਲਮ ਨਹੀਂ, ਪਾਕਿਸਤਾਨ ਨਾਲ ਸਾਡੀ ਕੋਈ ਪ੍ਰੋਬਲਮ ਨਹੀਂ। ਲੀਡਰਾਂ ਨਾਲ ਪ੍ਰੋਬਲਮ ਹੈ। ਇਹੀ ਜਿਹੜਾ ਸਾਰਾ ਸਭ ਤੋਂ ਵੱਡਾ ਪਾੜਾ ਪਾਉਂਦੇ ਆ ਤੇ ਇਹੀ ਆਮ ਲੋਕਾਂ ਨੂੰ ਜਾਗਣ ਦੀ ਲੋੜ ਹੈ, ਪਰਲੇ ਪਾਸੇ ਬੈਠਿਆਂ ਨੂੰ ਵੀ, ਇੱਧਰਲਿਆਂ ਨੂੰ ਵੀ। ਜੀ ਆਖਰੀ ਸਵਾਲ ਹੈ ਸਭ ਕਿ ਕੋਈ ਵੀ ਲਹਿਰ ਜਦੋਂ ਪੰਜਾਬ ਤੋਂ ਉੱਠਦੀ ਹੈ ਜਾਂ ਭਾਰਤ ਤੋਂ ਉੱਠਦੀ ਹੈ ਤਾਂ ਉਹਦਾ ਅਸਰ ਜਿਹੜਾ ਵਿਦੇਸ਼ਾਂ 'ਚ ਬੈਠੇ ਜਿਹੜੇ ਭਾਰਤੀ ਨੇ ਜਾਂ ਪੰਜਾਬੀ ਨੇ ਉਹਨਾਂ ਤੇ ਬਹੁਤ ਹੁੰਦਾ। ਅੱਜ ਵੀ ਮਤਲਬ ਕਿ ਜੇ ਹੁਣ ਲਹਿਰ ਕੋਈ ਪੰਜਾਬ 'ਚ ਤੁਰਨ ਦੀ ਆਸ ਜਾਗ ਰਹੀ ਹੈ ਕਿ ਸ਼ਾਇਦ ਇਹਦੇ ਨਾਲ ਕੁਝ ਨਾ ਕੁਝ ਲੱਗਦਾ ਹੈ ਕਿ ਬਾਹਰਲਿਆਂ ਨੂੰ, ਨੌਜਵਾਨਾਂ ਨੂੰ, ਕਿ ਕੁਝ ਬਦਲਾਅ ਆਏਗਾ। ਕਈਆਂ ਦੇ ਮਨ ਵਿੱਚ ਇਹ ਆਉਂਦਾ ਹੈ ਕਿ ਅਸੀਂ ਜਿਵੇਂ ਗਦਰ ਲਹਿਰ ਦੇ ਵੇਲੇ ਉੱਥੋਂ ਇੱਥੇ ਭਾਰਤ ਆ ਕੇ ਉਸ ਕਿਸਮ ਦੀ ਲੜਾਈ ਸ਼ੁਰੂ ਕੀਤੀ, ਤਾਂ ਲੱਗਦਾ ਹੈ ਕਿ ਉਹਨਾਂ ਨੂੰ ਕਿ ਅਸੀਂ ਉਹ ਮੁਲਕ ਛੱਡ ਕੇ ਇੱਥੇ ਆ ਕੇ ਆਪਣਾ ਅੱਗੇ ਤੈਅ ਕਰੀਏ ਕਿ ਅਸੀਂ ਆਪਣੇ ਰਾਜ ਦੀ ਹੋਂਦ ਦੇ ਲਈ ਲੜਨਾ। ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਵੀ ਜੀ ਹੁਣ ਇਹ ਬਹੁਤ ਡਿਲੂਸ਼ਨ ਹੋ ਗਿਆ। ਹੁਣ ਜਿਹੜੇ ਮਤਲਬ ਆਪਾਂ ਮੇਨ ਕੈਨੇਡਾ ਨੂੰ ਲੈ ਲੈਂਦੇ, ਬਾਕੀ ਤਾਂ ਜਿਹੜੀਆਂ ਕੰਟਰੀਜ਼ ਹੈਗੀ ਉੱਥੇ ਬਹੁਤ ਵਿਰਲੇ ਲੋਕ ਬੈਠੇ। ਉੱਥੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਸ ਤਰ੍ਹਾਂ ਦੀ ਲਹਿਰ ਵਾਲੀ ਗੱਲ ਹੋ ਸਕਦੀ ਹੈ। ਕੈਨੇਡਾ ਮੇਨ ਟਾਰਗੇਟ ਹੈਗਾ। ਤਾਂ ਕੈਨੇਡਾ 'ਚ ਜਿਹੜੀ ਪਿਛਲੀ ਮਾਈਗ੍ਰੇਸ਼ਨ ਹੋਈ ਹੈ ਸਾਡੀ, ਉਹ ਸਾਡੇ ਇੱਧਰੋਂ ਹੀ ਹੋਈ ਹੈ ਨਾ। ਜਿਹੜੇ ਹੁਣ ਪਿਛਲੇ 5, 7, 8, 10 ਸਾਲਾਂ ਦੇ ਵਿੱਚ ਯੂਥ ਗਿਆ ਸਾਡਾ, ਉਹ ਤਕਰੀਬਨ ਨਸ਼ਿਆਂ ਦਾ ਸ਼ਿਕਾਰ ਸੀਗਾ ਇੱਥੋਂ। ਠੀਕ ਹੈ, ਟੈਲੈਂਟ ਥੋੜਾ ਬਹੁਤ ਹੋਊਗਾ, ਪੈਸੇ ਖਰਚ ਕੇ ਲੋਕਾਂ ਨੇ ਜ਼ਮੀਨਾਂ ਵੇਚ ਕੇ ਬੱਚੇ ਆਪਦੇ ਬਾਹਰ ਕੱਢੇ ਇਹਦੇ ਵਿੱਚੋਂ, ਸਿਸਟਮ ਦੇ ਵਿੱਚੋਂ। ਔਰ ਜ਼ਿਆਦਾ ਕਾਫੀ ਹੱਦ ਤੱਕ ਬੱਚੇ ਜਿਹੜੇ ਇੱਥੋਂ ਨੁਕਸਾਨੇ ਹੋਏ ਗਏ ਵੇ। ਤੇ ਉੱਥੋਂ ਦੇ ਮਾਹੌਲ ਵੀ ਜਿਹੜੇ ਹੈਗੇ ਆ ਬਹੁਤੇ ਚੰਗੇ ਨਹੀਂ ਹੈਗੇ। ਇਸ ਟਾਈਮ ਕੈਨੇਡਾ ਦੇ ਵਿੱਚ ਪੰਜਾਬੀਅਤ ਜਿਹੜੀ ਹੈਗੀ ਬੜੀ ਬੈਡ ਸ਼ੇਪ ਵਿੱਚ ਹੈ। ਉੱਥੋਂ ਦੇ ਜਿਹੜੇ ਸਿਆਣੇ ਬਜ਼ੁਰਗ ਵੀ ਬੈਠੇ, ਉਹ ਵੀ ਉਹੀ ਦੁੱਖ ਰੋ ਰਹੇ ਜਿਹੜੇ ਇੱਥੇ ਬੈਠ ਕੇ ਆਪਾਂ ਰੋ ਰਹੇ ਹਾਂ। ਉੱਥੇ ਵੀ ਮਤਲਬ ਜਿਹੜੀ ਅਨਐਜੂਕੇਸ਼ਨ ਜਾਂ ਨਸ਼ਿਆਂ ਨੇ, ਤੇ ਜਾਂ ਜਿਹੜੇ ਆਹ ਸਿੰਗਰਾਂ ਨੇ ਜਿਹੜਾ ਬੇੜਾਗਰ ਕੀਤਾ ਹੈ ਖਾਸ ਤੌਰ ਤੇ ਜਿਹੜੇ ਯੂਥ ਦਾ, ਉੱਥੇ ਵੀ ਇਹਦੋਂ ਵੀ ਮਾੜਾ ਹਾਲ ਹੈ। ਤੇ ਡੇਲੀ ਤੁਸੀਂ ਦੇਖਦੇ ਹੋ ਉੱਥੇ ਕੁਛ ਨਾ ਕੁਛ ਹੁੰਦਾ। ਉਹ ਸਮਝ ਗਏ ਕਿ ਉੱਥੋਂ ਚੱਲ ਕੇ ਜਿਹੜੇ ਲੋਕ ਆ ਕੇ ਇੱਥੇ ਕੋਈ ਕਰਨਗੇ, ਉਹ ਤਾਂ ਉੱਥੇ ਹੈ ਹੀ ਨਹੀਂ ਉਹ ਚੀਜ਼। ਤੇ ਹਾਂ, ਜਿਹੜਾ ਉੱਥੋਂ ਦਾ ਸਿਆਣਾ ਬੰਦਾ ਬੈਠਾ ਹੈ, ਉਹ ਇੱਥੋਂ ਦੇ ਸਿਆਣੇ ਬੰਦੇ ਨੂੰ ਕਿਤੇ ਵੱਧ ਔਖਾ ਬੈਠਾ ਹੈ, ਕਿਉਂਕਿ ਉਹਨਾਂ ਕੋਲ ਜਗ੍ਹਾ ਦਾ ਸਪੇਸ ਤਾਂ ਚੰਗੀ ਸੀ। ਪਰ ਇੱਧਰੋਂ ਜਿਹੜੇ ਲੋਕਾਂ ਨੇ ਜਾ ਕੇ ਐਜੂਕੇਸ਼ਨ ਦੇ ਨਾਂ ਤੇ ਯੂਨੀਵਰਸਿਟੀਆਂ ਭਰਤੀਆਂ, ਲੱਖਾਂ ਸਟੂਡੈਂਟ ਸਾਡਾ ਉੱਥੇ ਜਿਹੜਾ ਵੜ ਗਿਆ ਜਾ ਕੇ, ਉਹਦੇ ਚੋਂ 90% ਜਿਹੜੇ ਆ ਉਹ ਜਿਹੜੇ ਬੱਚੇ ਹੈਗੇ ਆ ਉਹ ਇੱਥੋਂ ਖਰਾਬ ਹੋਏ ਵੇ ਜਾਂ ਮਤਲਬ ਡੈਮੇਜ ਗਏ ਹੋਏ ਆ। ਮੈਂ ਖਰਾਬ ਤਾਂ ਕਿਉਂ ਕਹੂੰਗਾ, ਕਿਉਂਕਿ ਸਾਡੀਆਂ ਆਪਣੀਆਂ ਉਹ ਹੈਗੀਆਂ ਗਲਤੀਆਂ, ਡੈਮੇਜਡ ਹੈਗੇ ਆ। ਤੇ ਉਹ ਜਿਹੜਾ ਜਿਸ ਤਰ੍ਹਾਂ ਦਾ ਨੈਰੇਟਿਵ ਸਿਰ ਦੇ ਵਿੱਚ ਲੈ ਕੇ ਗਏ ਆ, ਉਹੋ ਜਿਹਾ ਕੁਛ ਮਤਲਬ ਉਹੀ ਕੁਛ ਕਰਨਗੇ ਨਾ ਉੱਥੇ ਵੀ। ਉਹੀ ਫੁਕਰਪੰਥੀਆਂ, ਉਹੀ ਮੋਟਰਸਾਈਕਲਾਂ ਦੇ ਐਕਸੀਡੈਂਟ, ਉਹੀ ਗੱਡੀਆਂ ਤੇਜ਼, ਜੋ ਕੁਛ ਇੱਥੇ ਪੰਜਾਬ 'ਚ ਅਸੀਂ ਕਰਦੇ ਹਾਂ ਉੱਥੇ ਕਿਉਂਕਿ ਸਮਰੱਥ ਹੈ, ਪੈਸੇ ਹੈਗੇ ਆ, ਤੇ ਉਹ ਸਾਰਾ ਕੁਛ ਉੱਥੇ ਕੀਤਾ ਜਾ ਰਿਹਾ। ਤਾਂ ਉਹੋ ਜਿਹੀਆਂ ਲਹਿਰਾਂ ਉੱਥੋਂ ਕੁਛ ਨਹੀਂ ਉੱਠਣੀਆਂ। ਹਾਂ, ਉੱਥੋਂ ਦੇ ਗੁਰਦੁਆਰਿਆਂ ਵਿੱਚ ਬਹੁਤ ਵੱਡੀਆਂ ਸਾਜ਼ਿਸ਼ਾਂ ਜਿਹੜੀ ਹੈਗੀਆਂ ਚੱਲ ਰਹੀਆਂ। ਉੱਥੇ ਮਤਲਬ ਏਜੰਸੀਆਂ ਜਿਹੜੀਆਂ ਬੁਰੀ ਤਰ੍ਹਾਂ ਕਾਬਜ਼ ਨੇ, ਤੇ ਉੱਥੋਂ ਜਿਹੜੀਆਂ ਮਤਲਬ ਜਿਹੜੀਆਂ ਸਟਰੈਂਥ ਮਿਲਦੀ ਹੈ ਇੱਥੇ ਇੱਧਰਲੇ ਬੰਦੇ ਬੈਠਿਆਂ ਨੂੰ, ਉੱਥੋਂ ਜ਼ਰੂਰ ਇਹ ਚੀਜ਼ਾਂ ਹੈਗੀਆਂ ਜਿਹੜੀਆਂ
ਫਿਰ ਮੈਂ ਜਦੋਂ ਨਾਮ ਲੈਣਾ ਤੇ ਫਿਰ ਤਕਲੀਫ ਤੇ ਹੋ ਜਾਂਦੀਆਂ ਗੱਲਾਂ, ਪਰ ਜਿਹੜੀਆਂ ਸਾਹਮਣੇ ਆਉਣ ਵਾਲੀ ਚੀਜ਼ਾਂ ਆਉਣੀਆਂ ਚਾਹੀਦੀਆਂ ਲੋਕਾਂ ਦੇ, ਤੇ ਉੱਥੋਂ ਜਿਹੜਾ ਹੈਗਾ ਇਸ ਤਰ੍ਹਾਂ ਦੇ ਜਿਹੜੇ ਪੰਜਾਬ ਦੇ ਭਲੇ ਦੀ ਗੱਲ ਉੱਥੋਂ ਵੀ ਕੋਈ ਨਹੀਂ ਹੋ ਰਹੀ। ਤੇ ਜੇ ਕੋਈ ਆਮ ਬੰਦਾ ਉੱਧਰ ਦਾ ਹੈਗਾ, ਆਮ NRI ਹੈਗਾ, ਉਹ ਜ਼ਰੂਰ ਤਕਲੀਫ ਮੰਨਦਾ, ਕਿਉਂਕਿ ਉਹ ਸਾਡੀਆਂ ਤੁਰਾਂ ਆਂਦਰਾਂ ਜਿਹੜੀਆਂ ਜੁੜੀਆਂ ਹੋਈਆਂ, ਤੇ ਹਰ ਬੰਦਾ ਆਪਦੇ ਮਿੱਟੀ ਦੇ ਮੋਹ ਨੂੰ ਤਕਲੀਫ ਮੰਨਦਾ ਕਿ ਸਾਡਾ ਜਿਹੜਾ ਐਡਾ ਵਧੀਆ ਜਿਹੜਾ ਇਹ ਸਟੇਟ ਸੀਗੀ, ਅੱਜ ਇਸ ਪੋਲੀਟੀਕਲ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਕੇ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਸੋ ਆਉਣ ਵਾਲੇ ਸਮੇਂ ਦੀਆਂ ਕੁਝ ਚੀਜ਼ਾਂ ਦੇਖਾਂਗੇ ਜੀ, ਕਿਵੇਂ ਚੰਗਾ ਹੋਊਗਾ, ਪ੍ਰਮਾਤਮਾ ਕੁਛ ਅੱਛਾ ਕਰੂਗਾ। ਧੰਨਵਾਦ ਸੇਖੋਂ ਸਾਹਿਬ, ਬਹੁਤ ਸ਼ੁਕਰੀਆ ਤੁਹਾਡਾ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਮੇਰੇ ਨਾਲ ਮੌਜੂਦ ਸਨ ਸਾਬਕਾ DSP ਬਲਵਿੰਦਰ ਸਿੰਘ ਸੇਖੋਂ। ਮੌਜੂਦਾ ਸਮੇਂ ਦੇ ਵਿੱਚ ਜੋ ਕੁਝ ਪੰਜਾਬ ਦੀ ਸਥਿਤੀ ਬਣੀ ਹੋਈ ਹੈ, ਇਹਨੂੰ ਲੈ ਕੇ ਤੁਸੀਂ ਅਸੀਂ ਸਭ ਚਿੰਤਤ ਹਾਂ। ਹਾਲਾਤ ਕਿਸ ਤਰ੍ਹਾਂ ਬਦਲਦੇ ਨੇ ਉਹਦੇ ਉੱਤੇ ਸਾਡੀ ਨਜ਼ਰ ਰਹੇਗੀ। ਤੁਸੀਂ ਵੀ ਇਹਨਾਂ ਸਵਾਲਾਂ ਨੂੰ ਗੰਭੀਰਤਾ ਨਾਲ ਸਮਝੋ। ਕੁਝ ਸਵਾਲ ਤੁਹਾਡੇ ਮਨਾਂ 'ਚ ਉੱਠਦੇ ਹੋਣੇ, ਉਹ ਕਮੈਂਟ ਕਰਕੇ ਜ਼ਰੂਰ ਦੱਸਿਓ। ਤਖ਼ਤ ਪੰਜਾਬ ਨੂੰ ਸਬਸਕ੍ਰਾਈਬ ਕਰੋ, ਫੇਸਬੁੱਕ ਤੇ ਫੋਲੋ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।